ਜਿਹੜੀ ਇਹ ਜਿੱਤ ਹੈ ਤਿੰਨ ਕਾਲੇ ਕਾਨੂੰਨਾਂ ਦਾ ਪ੍ਰਧਾਨ ਮੰਤਰੀ ਨੂੰ ਆਪ ਲਾਈਵ ਹੋ ਕੇ ਐਲਾਨ ਕਰਨਾ ਪਿਆ। ਰਿਪੀਲ ਕਰਨ ਦਾ ਜਿਹੜਾ ਸ਼ਬਦ ਉਹ ਮੂੰਹ 'ਚੋਂ ਨਹੀਂ ਕੱਢਣਾ ਚਾਹੁੰਦੇ ਸੀਗੇ, ਉਹੀ ਸ਼ਬਦ ਦੇ ਤਹਿਤ ਜਿਹੜੀ ਸਾਡੀ ਮੰਗ ਸੀਗੀ ਉਹਨਾਂ ਨੇ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਜਿਹੜਾ ਇਹ ਉਹਨਾਂ ਨੇ ਐਲਾਨ ਕੀਤਾ ਕਿ ਉਹ ਮੰਨਦੇ ਆ ਵੀ ਸਗੋਂ ਤੋਂ ਇੱਥੇ ਤਾਂ घट गिणती का जबर हो रहा है, जी सिख बहु गिणती वो जबर कर रही है। इस करके सिखा का जोड़ा जबर आ वितकरा धक्का वितकरा जिहदियां बहुत ज़ाहरा मिसालां हैगियां ने, कोई सारी दुनिया के लोग मानते हैं भी आह तो जमा उन्हां नाल धक्के वितकरे का मामला हैगा। इस करके एक तो उन्होंने सौड़ी ये पई है भी जिहड़े हुंदे भी बहु गिणती च सिख है इत्थे, इस करके इत्थे धक्का वितकरा हो नहीं सकता। दूजा उन्होंने लैफ्ट दे विच एक ये भी वड्डा कराहा हैगा भड़कण है भी जिहड़ा राष्ट्रवाद है भी भारत एक राष्ट्र है, ਭਾਰਤ ਇੱਕ ਰਾਸ਼ਟਰ ਇਹ ਸੋਚਦੇ ਨੇ ਇਹ ਗੱਲ। ਹਾਂ ਉਹਨਾਂ ਦਾ ਲੈਫਟ ਦਾ ਹੈਗਾ ਵੀ ਭਾਰਤ ਇੱਕ ਰਾਸ਼ਟਰ ਹੈ। ਸਟੇਟ ਨੇ ਮਜਬੂਰ ਕਰਤਾ ਕਿਸੇ ਵਰਗ ਨੂੰ, ਕਿਸੇ ਜਿਵੇਂ ਆਦਿਵਾਸੀ ਹੈ ਜਾਂ ਹੋਰ ਹੈ ਜਾਂ ਕਿਰਤੀ ਲੋਕ ਹੈ, ਕਿਸਾਨ ਹੈ, ਮਜ਼ਦੂਰ ਹੈ, ਉਹਨਾਂ ਨੂੰ ਮਜਬੂਰ ਕਰਤਾ। ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲਹਿਰਾਂ ਉੱਠੀਆਂ ਨੇ, ਪੈਪਸੂ ਦੀ ਜਿਹੜੇ ਮੁਜ਼ਾਹਰੇ ਕਿਸਾਨਾਂ ਦਾ ਜਿਹੜਾ ਹਥਿਆਰਬੰਦ ਲਹਿਰ ਉੱਠੀ ਹੈ, ਗਦਰੀਆਂ ਦੀ ਲਹਿਰ ਸੀਗੀ, ਗਦਰ ਆਪਣਾ ਬੱਬਰ ਅਕਾਲੀਆਂ ਦੀ ਲਹਿਰ ਹੈ ਜੀ ਬਿਲਕੁਲ, ਤੇ ਉਸ ਤੋਂ ਬਾਅਦ ਆਹ ਜਿਹੜਾ ਨਕਸਲਵਾੜੀ ਦੀ ਲਹਿਰ ਹੈ ਜਿਹੜੀ ਕਿਸਾਨ ਲਹਿਰੀ ਸੀ, ਵੀ ਕਿਸਾਨੀ ਦੇ ਮੁੱਦੇ ਤੇ ਉੱਠੀ ਸੀ, ਹੱਕਾਂ ਦੀ ਲਹਿਰ ਸੀ। ਇਹਨਾਂ ਨੂੰ ਉਹ ਸਮਝਦੇ ਹੈ ਵੀ ਇਹ ਸਰਕਾਰ ਦਾ ਨਹੀਂ ਕਸੂਰ, ਇਹ ਜਿਨ੍ਹਾਂ ਨੇ ਕੋਈ ਨਕਸਲਵਾੜੀ ਮੂਵਮੈਂਟ ਨੂੰ ਵੀ ਇਦਾਂ ਸੋਚਦੇ, ਨਕਸਲਵਾੜੀ ਮੂਵਮੈਂਟ ਨੂੰ ਵੀ ਸਰਕਾਰ ਦਾ ਕੋਈ ਕਸੂਰ ਨਹੀਂ ਹੈ, ਵੀ ਜਿਹੜੇ ਉਹਨਾਂ ਨੇ ਹਥਿਆਰ ਉਠਾਏ ਆ ਉਹ ਵਾਇਲੈਂਟ ਹੋਏ ਨੇ ਵੀ ਅਸਲ ਵਿੱਚ ਉਹ, ਇਸ ਕਰਕੇ ਉਹਨੂੰ ਉਹ ਕਹਿ ਦਿੰਦੇ ਆ ਵੀ ਅੱਤਵਾਦ ਹੈ। ਅੱਤਵਾਦ ਹੈ, ਤੁਸੀਂ ਕਹਿ ਰਹੇ ਹੋ ਇਹ ਗੱਲ ਬੜੀ ਅੱਤਵਾਦ ਤੇ ਰਾਸ਼ਟਰ ਜਿਹੜਾ ਭਾਰਤੀ ਰਾਸ਼ਟਰ ਦੇ ਤੋਂ ਆਜ਼ਾਦੀ ਦੀ ਮੰਗ ਕਰਨਾ ਇਹ ਵੱਖਵਾਦ ਹੈ, ਇਹ ਗੁਨਾਹ ਆ। ਮਤਲਬ ਜਿਹੜਾ ਉਹਨੂੰ ਕਹਿੰਦਾ ਵੀ ਰਾਸ਼ਟਰ ਨੂੰ ਤੋੜਦਾ, ਇਹ ਤੋਂ ਵੱਡਾ ਦੇਸ਼ ਧਰੋਹੀ ਉਹਨਾਂ ਦੇ ਹਿਸਾਬ ਨਾਲ ਕੱਲੀ ਕਾਂਗਰਸ ਹੀ ਨਹੀਂ ਕਹਿੰਦੀ ਵੀ ਦੇਸ਼ ਧਰੋਹੀ ਹੈ, ਇਹ ਵੀ ਕਹਿੰਦੇ ਆ ਵੀ ਉਹ ਦੇਸ਼ ਧਰੋਹੀ ਹੈ ਜਿਹੜਾ ਭਾਰਤੀ ਰਾਸ਼ਟਰ ਦੀ ਏਕਤਾ ਅਖੰਡਤਾ ਨੂੰ ਤੋੜਦਾ। ਜਿਹੜਾ ਜੋ ਕੁਝ ਉਹਨਾਂ ਤੇ ਜ਼ੁਲਮ ਹੋਇਆ, ਐਡੇ ਵੱਡੇ ਜ਼ੁਲਮ ਨੂੰ ਸਟੇਟ ਦੇ ਨੂੰ ਇਹ ਕਿਵੇਂ ਕਹਿ ਸਕਦੇ ਨੇ? ਮਤਲਬ ਕਿ ਇਹ ਲੈਫਟ ਦਾ ਹਿੱਸਾ ਹੈ ਵੀ ਨੇ ਕਿ ਨਹੀਂ? ਮੈਨੂੰ ਤਾਂ ਇਸ ਗੱਲ ਦਾ ਸ਼ੱਕ ਹੋਣ ਲੱਗ ਗਿਆ ਕਿ ਐਡੀ ਵੱਡੀ ਜਿਹੜੀ ਬੇਸ਼ੱਕ ਉਹਦੀ ਉਮਰ ਬਹੁਤ ਥੋੜੀ ਸੀ ਪਰ ਉਸ ਲਹਿਰ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹਕੂਮਤ ਨੇ, ਜਿਹੜੀ ਨਕਸਲੈਟ ਮੂਵਮੈਂਟ ਸੀਗੀ। ਆਪਾਂ ਖਾੜਕੂ ਸੰਘਰਸ਼ ਤੇ ਬਾਅਦ ਚ ਆਉਂਦੇ ਹਾਂ, ਆਪਾਂ ਨਕਸਲੈਟ ਮੂਵਮੈਂਟ ਦੀ ਗੱਲ ਕਰਦੇ ਹਾਂ ਕਿ ਉਹ ਤਾਂ ਖੁਦ ਜਿਹੜੀ ਲੈਫਟ ਦੀ ਲਹਿਰ ਸੀ ਬਹੁਤ ਵੱਡੀ, ਕਿਰਤੀ ਲੋਕਾਂ ਦੀ ਲਹਿਰ ਸੀ, ਕਿਸਾਨਾਂ ਦੀ ਲੋਕ ਸੀ, ਜ਼ਬਰ ਦੇ ਖਿਲਾਫ ਸੀਗੀ, ਉਹਦੇ ਉੱਤੇ ਇੰਨਾ ਵੱਡਾ ਕਹਿਰ ਹੋਇਆ ਕਿ ਇੱਥੋਂ ਤੱਕ ਬਾਬੇ ਬੁੱਝਾ ਸਿੰਘ ਹੁਣਾਂ ਦੇ ਜਾਂ ਹੋਰ ਕਈਆਂ ਦਾ ਜਿਹੜਾ ਇਤਿਹਾਸ ਆ, ਘਲਾੜੀ ਦੇ ਵਿੱਚ ਉਹਨਾਂ ਦੇ ਹੱਥ ਪਾ ਕੇ ਗੰਨੇ ਵਾਂਗੂ ਪੀੜ ਦਿੱਤਾ ਸੀ। ਇਸ ਤੋਂ ਵੱਡੀਆਂ ਮਿਸਾਲਾਂ ਕਿਵੇਂ ਹੋ ਸਕਦੀਆਂ ਨੇ? ਔਰ ਉਸ ਗੱਲ ਨੂੰ ਵੀ ਇਹਨਾਂ ਨੇ ਕਹਿਣਾ ਵੀ ਇਹ ਗਲਤ ਸਨ, ਤਾਂ ਫਿਰ ਤੁਸੀਂ ਇਹਨਾਂ ਨੂੰ ਲੈਫਟ ਦਾ ਹਿੱਸਾ ਕਿਵੇਂ ਮੰਨਦੇ ਹੋ ਜੀ? ਮੈਨੂੰ ਇਹ ਗੱਲ ਹੀ ਨਹੀਂ ਹਜਮ ਹੋ ਰਹੀ ਕਿ ਲੈਫਟ ਕਿਵੇਂ ਸਟੇਟ ਨਾਲ ਖੜ ਸਕਦੀ ਹੈ। ਸਰਜੀਤ ਫੂਲ ਹੋਣੀ ਹੁਣ ਅੱਜ ਜਿਹੜੀ ਇਹ ਜਿੱਤ ਆ, ਇਸ ਜਿੱਤ ਨੂੰ ਜਦੋਂ ਕਾਨੂੰਨੀ ਰੂਪ ਇਹਨੇ ਲੈ ਲਿਆ ਤੇ ਤੁਹਾਡੇ ਕੋਲ ਉਹਦਾ ਖਰੜਾ ਆ ਜਾਂਦਾ ਆ, ਉਹਨੂੰ ਤੁਸੀਂ ਪੜ੍ਹ ਲੈਂਦੇ ਹੋ। ਉਸ ਤੋਂ ਬਾਅਦ ਸਰਜੀਤ ਫੂਲ ਹੋਣੀ ਆਪਣੀ ਜਥੇਬੰਦੀ ਜਾਂ ਸਿੱਖ ਸੰਸਥਾਵਾਂ ਜਿਹੜੀਆਂ ਪੰਜਾਬ ਨੂੰ ਚਾਲੇ ਮਾਰਨਗੀਆਂ ਜਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਅਖੰਡ ਪਾਠ ਸਾਹਿਬ ਕਰਾ ਕੇ ਤੇ ਅੱਗੇ ਨਤਮਸਤਕ ਹੋਣਗੀਆਂ, ਉਸ ਤਰੀਕੇ ਨਾਲ ਤੁਸੀਂ ਵੀ ਇੱਥੋਂ ਚਾਲੇ ਮਾਰੋਗੇ ਜਾਂ ਅੱਗੇ ਕੋਈ ਹੋਰ ਰਣਨੀਤੀ ਹੈ ਇਸ ਤੋਂ ਬਿਨਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ ਤੇ ਮੈਂ ਹਾਂ ਬਖਸ਼ੀਸ਼ ਸਿੰਘ। ਅਸੀਂ ਪਹੁੰਚੇ ਹਾਂ ਜੀ ਸਿੰਘੂ ਬਾਰਡਰ ਦੇ ਉੱਤੇ। ਸਿੰਘੂ ਬਾਰਡਰ ਦਾ ਜਿਹੜਾ ਇਤਿਹਾਸ ਹੈ ਇਹ ਦੁਨੀਆ ਦੇ ਵਿੱਚ ਜਦੋਂ ਇਤਿਹਾਸ ਦੇ ਪੰਨੇ ਲਿਖੇ ਜਾਣਗੇ, ਖਾਸ ਕਰਕੇ ਇਹਦਾ ਜ਼ਿਕਰ ਆਊਗਾ ਇਸ ਸਦੀ ਦਾ ਸਭ ਤੋਂ ਵੱਡਾ ਇਹ ਸੰਘਰਸ਼ ਹੋ ਨਿਬੜਿਆ ਆ, ਕਿਉਂਕਿ ਇਸ ਸੰਘਰਸ਼ ਦੀ ਖੂਬਸੂਰਤੀ ਇਹ ਆ ਕਿ ਇਹਦੇ ਵਿੱਚ ਕੋਈ ਵੀ ਹਕੂਮਤ ਦੀ ਜਿਹੜੀ ਚਾਲ ਸੀ, ਜਿਹੜੀ ਮਨਸ਼ਾ ਸੀ, ਉਹ ਕਾਮਯਾਬ ਨਹੀਂ ਹੋਣ ਦੀ ਦਿੱਤੀ। 32 ਜਥੇਬੰਦੀਆਂ ਦੇ ਜਿਹੜੇ ਲੀਡਰ ਸੀਗੇ, ਜਿਹੜੇ ਜਰਨੈਲ ਸਨ, ਉਹਨਾਂ ਨੇ ਬੜੇ ਉਤਰਾਅ ਚੜ੍ਹਾਅ ਵੀ ਆਏ ਪਰ ਇਸ ਸੰਘਰਸ਼ ਨੂੰ ਸਾਂਭ ਕੇ ਰੱਖਣ 'ਚ ਕਾਮਯਾਬ ਹੋਏ। ਇਸ ਸੰਘਰਸ਼ ਦੇ ਉੱਤੇ ਮੰਨਿਆ ਜਾ ਰਿਹਾ ਕਿ ਇਸ ਦੀ ਅਗਵਾਈ ਵਾਹਿਗੁਰੂ ਅਕਾਲ ਪੁਰਖ ਆਪ ਕਰ ਰਿਹਾ ਸੀ। ਇਸ ਕਰਕੇ ਇੰਨੀ ਵੱਡੀ ਲੈਂਥ ਦੇ ਵਿੱਚ ਕੋਈ ਵੀ 19-21 ਦੀ ਗੱਲ ਵੀ ਇਹਦੇ ਵਿੱਚ ਨਹੀਂ ਹੋਣ ਦਿੱਤੀ ਗਈ। ਇਹ ਸੰਘਰਸ਼ ਤਹਿਸੀਲਾਂ, ਕਸਬਿਆਂ, ਜ਼ਿਲ੍ਹਿਆਂ, ਸਟੇਟਾਂ ਨੂੰ ਪਾਰ ਕਰਦਾ ਹੋਇਆ 7 ਸਮੁੰਦਰ ਪਾਰ ਕਰਕੇ ਦੁਨੀਆ ਦੀਆਂ ਵੱਡੀਆਂ ਪਾਰਲੀਮੈਂਟਾਂ ਦੇ ਵਿੱਚ ਇਹਦੀ ਚਰਚਾ ਤੱਕ ਹੋਈ। ਦੁਨੀਆ ਦੇ ਵੱਡੇ ਖਿਡਾਰੀ, ਦੁਨੀਆ ਦੇ ਵੱਡੇ ਨਾਮਵਰ ਗਾਇਕ, ਦੁਨੀਆ ਦੀਆਂ ਵੱਡੀਆਂ ਸ਼ਖਸੀਅਤਾਂ, ਹਸਤੀਆਂ ਨੇ ਇਹਦੀ ਸਿਫਤ ਹੀ ਨਹੀਂ ਕੀਤੀ, ਇਹਦੇ ਵਿੱਚ ਯੋਗਦਾਨ ਵੀ ਪਾਇਆ। ਬਾਲੀਵੁੱਡ, ਹਾਲੀਵੁੱਡ, ਜੋ ਵੀ ਸੀ ਦੁਨੀਆ ਦੇ ਜਿਹੜੇ ਲੋਕ ਸਨ, ਉਹਨਾਂ ਨੇ ਇਸ ਸੰਘਰਸ਼ ਨੂੰ ਇੱਕ ਚੰਗੀ ਨਿਗਾਹ ਨਾਲ ਵੇਖਿਆ। ਇਸ ਸੰਘਰਸ਼ ਦੇ ਵਿੱਚ ਖਾਸ ਕਰਕੇ
ਸਿੱਖ ਪੰਥ ਦਾ ਜਿਹੜਾ ਪੈਂਤੜਾ ਸੀ ਉਹ ਉੱਭਰ ਕੇ ਸਾਹਮਣੇ ਆਇਆ। ਜਿਹੜਾ ਗੁਰੂ ਨਾਨਕ ਦਾ ਸਿਧਾਂਤ ਦੀ ਸਰਬੱਤ ਦੇ ਭਲੇ ਵਾਲਾ ਲੰਗਰ ਤੇ ਪੰਗਤ ਤੇ ਸੰਗਤ ਦਾ ਸਾਡੇ ਝੰਡੇ ਬੁੰਗੇ ਮਨਾਰੇ, ਇਹਦੇ ਵਿੱਚ ਬਹੁਤ ਉਹਨਾਂ ਦੀ ਚੜ੍ਹਤ ਹੋਈ। ਇਸ ਸੰਘਰਸ਼ ਨੇ ਸਿੱਖ ਪੰਥ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਇਆ। ਇਸ ਸੰਘਰਸ਼ ਦੀ ਥੋੜ੍ਹੇ ਦਿਨ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਅਚਾਨਕ ਹੀ, ਜਿਹਨੂੰ ਅਚਾਨਕ ਕਿਹਾ ਜਾਂਦਾ ਪਰ ਇਹਦੇ ਪਿੱਛੇ 700 ਬੰਦਿਆਂ ਦੀਆਂ ਕੁਰਬਾਨੀਆਂ, ਨਵਰੀਤ ਸਿੰਘ ਦੀ ਸ਼ਹਾਦਤ ਤੇ ਬਹੁਤ ਜ਼ਿਆਦਾ ਇਹਦੇ 'ਚ ਜਿਹੜਾ ਸੜਕਾਂ ਦੇ ਉੱਤੇ ਸਾਡਾ ਖੂਨ ਡੁੱਲਿਆ, ਉਹਦੇ ਪਿੱਛੇ ਇਹ ਇੱਕਦਮ ਵਾਪਰੀ ਘਟਨਾ ਨਹੀਂ, 1 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ। ਇੱਥੇ ਵੱਡੇ ਵੱਡੇ ਮਹਾਂਪੁਰਸ਼ਾਂ ਨੇ ਵੀ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਆਪਣੀ ਜਿਹੜੀ ਸਰੀਰ ਦੀ ਆਹੁਤੀ ਦਿੱਤੀ ਇਸ ਜ਼ੁਲਮ ਦੇ ਖਿਲਾਫ। ਇਹ ਸੌਖੇ ਹੀ ਕਾਨੂੰਨ ਵਾਪਸ ਨਹੀਂ ਹੋਣ ਲੱਗੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਮਾਫੀ ਵੀ ਮੰਗੀ ਲੋਕਾਂ ਦੇ ਕੋਲੋਂ, ਤੇ ਇਹ ਵੀ ਕਿਹਾ ਕਿ ਇਹ ਕਾਨੂੰਨ ਅਸੀਂ ਰੱਦ ਕਰਦੇ ਹਾਂ। ਬੇਸ਼ੱਕ ਅਜੇ ਕਾਨੂੰਨੀ ਪ੍ਰਕਿਰਿਆ ਆਉਣੀ ਬਾਕੀ ਆ, ਪਰ ਲੋਕਾਂ ਦਾ ਵਿਸ਼ਵਾਸ ਆ ਕਿ ਮੋਦੀ ਨੇ ਦੁਨੀਆ ਦੀਆਂ ਇੰਟਰਨੈਸ਼ਨਲ 7 ਵੱਡੀਆਂ ਅਖਬਾਰਾਂ, ਪਾਕਿਸਤਾਨ ਦੀ ਡਾਊਨ, ਹੋਰ ਜਿਹੜੀਆਂ ਵੱਡੀਆਂ ਅਖਬਾਰਾਂ ਸਨ, ਟਾਈਮਜ਼ ਆਫ ਇੰਡੀਆ ਵਰਗੀਆਂ ਨੇ, ਹੋਰ ਅਖਬਾਰਾਂ ਨੇ ਇਸ ਸੰਘਰਸ਼ ਨੂੰ ਬੜੀ ਵੱਡੀ ਜਿੱਤ ਤੇ ਮੋਦੀ ਨੂੰ ਆਪਣੇ ਕਦਮ ਪਿੱਛੇ ਕਰਦਾ ਹੋਇਆ ਦੱਸਿਆ। ਇਸ ਸੰਘਰਸ਼ ਦਾ ਕਿਸੇ ਇੱਕ ਧਿਰ ਨੂੰ ਸਿਹਰਾ ਨਹੀਂ, ਸਮੁੱਚੀਆਂ ਧਿਰਾਂ ਨੂੰ ਇਹਦਾ ਸਿਹਰਾ ਆਇਆ। ਤੇ ਅੱਜ ਉਸ 32 ਜਥੇਬੰਦੀਆਂ ਦੇ ਵਿੱਚੋਂ ਸਾਡੇ ਪੰਜਾਬ ਦੇ ਇੱਕ ਜਿਹੜੇ ਜੁਝਾਰੂ ਜਰਨੈਲ ਨੇ, ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਹਕੂਮਤ ਦੇ ਬਹੁਤ ਵੱਡੇ ਜ਼ਬਰ ਵੀ ਝੱਲੇ, ਜੇਲ੍ਹਾਂ ਵੀ ਕੱਟੀਆਂ, ਥਾਣੇ ਕੱਟੇ, CIS ਟਾਪਾਂ ਝੱਲੀਆਂ, ਉਹ ਆਗੂ ਅੱਜ ਸਾਡੇ ਨਾਲ ਨੇ। ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਸ ਜਿੱਤ ਨੂੰ ਕਿਵੇਂ ਦੇਖਦੇ ਨੇ। ਸਾਡੇ ਨਾਲ ਨੇ ਸਰਜੀਤ ਸਿੰਘ ਫੂਲ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ। ਫੂਲ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਹੀ ਮੇਰਾ ਇਹ ਸਵਾਲ ਆ ਕਿ ਇਸ ਜਿੱਤ ਨੂੰ ਕਿਵੇਂ ਦੇਖਦੇ? ਦੇਖੋ ਜੀ, ਜਿਹੜੀ ਇਹ ਜਿੱਤ ਹੈ, 3 ਕਾਲੇ ਕਾਨੂੰਨਾਂ ਦਾ ਪ੍ਰਧਾਨ ਮੰਤਰੀ ਨੂੰ ਆਪ ਲਾਈਵ ਹੋ ਕੇ ਐਲਾਨ ਕਰਨਾ ਪਿਆ। ਰਿਪੀਲ ਕਰਨ ਦਾ ਜਿਹੜਾ ਸ਼ਬਦ ਉਹ ਮੂੰਹ 'ਚੋਂ ਨਹੀਂ ਕੱਢਣਾ ਚਾਹੁੰਦੇ ਸੀਗੇ, ਉਹੀ ਸ਼ਬਦ ਦੇ ਤਹਿਤ ਜਿਹੜੀ ਸਾਡੀ ਮੰਗ ਸੀਗੀ, ਉਹਨਾਂ ਨੇ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਜਿਹੜਾ ਇਹ ਉਹਨਾਂ ਨੇ ਐਲਾਨ ਕੀਤਾ। ਇਹ ਅੰਦੋਲਨ ਦੀ ਵੀ ਵੱਡੀ ਜਿੱਤ ਹੈ ਤੇ ਜਿੰਨਿਆਂ ਵੀ ਭਾਵੇਂ ਕਿਸਾਨ ਜਥੇਬੰਦੀਆਂ ਨੇ ਸ਼ੁਰੂ ਕੀਤਾ ਹੈ, ਉਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਦਾ ਲਗਭਗ 15 20 ਸਾਲ ਉਹ ਕਿਸਾਨ ਮੁੱਦਿਆਂ 'ਤੇ ਲੜਦੀਆਂ ਰਹੀਆਂ ਸੀ ਜੀ। ਬਿਲਕੁਲ। ਤੇ ਪਰ ਜਦੋਂ ਇਹ ਅੰਦੋਲਨ ਸ਼ੁਰੂ ਹੋ ਗਿਆ ਤਾਂ ਇਹਦੇ ਵਿੱਚ ਸਾਰੇ ਵਰਗਾਂ ਨੇ, ਭਾਵੇਂ ਸਿੱਖ ਧਾਰਮਿਕ ਘੱਟ ਗਿਣਤੀ ਨਾਲ ਸਿੱਖ ਜਥੇਬੰਦੀਆਂ ਹੈਗੀਆਂ ਨੇ, ਨੌਜਵਾਨ ਜਥੇਬੰਦੀਆਂ ਹੈਗੀਆਂ ਨੇ, ਕਾਰ ਸੇਵਾ ਵਾਲੀਆਂ ਜਥੇਬੰਦੀਆਂ ਨੇ, ਕਿਸੇ ਨੇ ਲੰਗਰ ਲਾਇਆ, ਕਿਸੇ ਨੇ ਮੈਡੀਕਲ ਸਹਾਇਤਾ ਦਿੱਤੀ, NRI ਵੀਰਾਂ ਨੇ ਬਹੁਤ ਖੁੱਲ੍ਹ ਕੇ ਆਪਣਾ ਜਿਹੜਾ ਪੈਸਾ ਆਪਣੀ ਕਮਾਈ ਦਾ ਉਹ ਬਹਾਇਆ। ਇਹ ਸਾਰਿਆਂ ਦੇ ਐਂ ਅਸੀਂ ਸਮਝਦੇ ਵੀ ਲੋਕਾਂ ਦੀ ਤੇ ਲੋਕਾਂ ਦੀ ਚੇਤਨਾ ਦੀ ਜਿੱਤ ਹੈ। ਲੋਕਾਂ ਦੀ ਚੇਤਨਾ ਦੀ ਜਿੱਤ ਹੈ। ਲੋਕਾਂ ਦੀ ਜਿਹੜੀ ਇਸ ਹਕੂਮਤ ਦੇ ਪ੍ਰਤੀ ਜ਼ੁਲਮ ਦੇ ਖਿਲਾਫ ਜਿਹੜੀ ਚੇਤਨਾ ਸੀ, ਜਿਹੜੀ ਇੱਕ ਲੋਕਾਂ ਦੇ ਖਿਆਲ ਦੇ ਵਿੱਚ ਵੱਸ ਗਈ ਗੱਲ ਕਿ ਇਹ ਲੋਕਾਂ ਨਾਲ ਜ਼ੁਲਮ ਹੋ ਰਿਹਾ ਆ ਤੇ ਅਸੀਂ ਇਹਨਾਂ ਦੇ ਨਾਲ ਖੜਨਾ ਆ, ਉਹਨਾਂ ਲੋਕਾਂ ਦੀ, ਉਹਨਾਂ ਭਾਈਚਾਰਕ ਸਾਂਝਾਂ ਦੀ ਤੇ ਇੱਕਮੁਖਤਾ ਦੀ, ਪਿਆਰ ਦੀ ਸਾਂਝੀ ਇੱਕ ਜਿੱਤ ਹੋਈ ਆ। ਪਰ ਫਿਰ ਵੀ ਇਸ ਜਿੱਤ ਨੂੰ, ਜਦੋਂ ਇਹ ਜਿੱਤ ਹੁੰਦੀ ਆ, ਜਿੱਦਣ ਇਹ ਕਾਨੂੰਨ ਪ੍ਰਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਆ ਕਿ ਅੱਜ ਅਸੀਂ ਇਹ ਵਾਪਸ ਲੈਣੇ ਆ ਜਾਂ ਇਹਨਾਂ ਨੂੰ ਰੱਦ ਕਰਨੇ ਆ, ਉਸ ਤੋਂ ਬਾਅਦ ਪੰਜਾਬ ਦੇ ਕੁਝ ਆਗੂ ਜਿਹੜੇ ਸੀ, ਕਿਸਾਨ ਆਗੂ ਸਨ, ਜਿਨ੍ਹਾਂ ਦਾ ਵੱਡਾ ਕੱਦ ਵੀ ਆ ਮਾਲਵੇ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਸ ਗੱਲ ਨੂੰ ਠੀਕ ਨਹੀਂ ਸਮਝਦੇ ਕਿ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਇਹ ਕਾਨੂੰਨ ਰੱਦ ਕਰਕੇ ਇਹਨੂੰ ਧਾਰਮਿਕ ਰੰਗਤ ਦਿੱਤੀ ਗਈ ਆ। ਮੇਰਾ ਇਹ ਸਵਾਲ ਆ ਕਿ ਕੀ ਜਿਹੜੇ ਕਿਸਾਨ ਨੇ ਉਹ ਧਰਮੀ ਨਹੀਂ ਹਨ? ਫਿਰ ਇਸ ਨੂੰ ਧਰਮੀ ਰੰਗਤ ਦਿੱਤੀ ਗਈ ਕਿਉਂ? ਕਿਸਾਨ ਤੇ ਹੈ ਹੀ ਧਰਮੀ ਹੈ, ਕਿਸਾਨ ਤੋਂ ਵੱਡਾ ਦੁਨੀਆ ਤੇ ਧਰਮੀ ਹੈ ਨਹੀਂ, ਤਾਂ ਫਿਰ ਉਹ ਧਰਮੀ ਕਿਵੇਂ ਨਹੀਂ ਹੈਗੇ? ਇਹਨੂੰ ਧਰਮ ਨਾਲ ਜੋੜਨ ਦੀ ਕੀ ਗੱਲ ਆ? ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਹੈ ਹੀ ਧਰਮੀ ਨੇ, ਫਿਰ ਇਹਨੂੰ ਧਰਮ ਨਾਲ ਜੋੜਨ ਵਾਲੀ ਗੱਲ ਕਿਵੇਂ ਆ ਗਈ ਜੀ? ਦੇਖੋ ਜੀ, ਜਿਹੜਾ ਗੁਰੂ ਨਾਨਕ ਸਾਹਿਬ ਦੇ ਜਯੰਤੀ 'ਤੇ ਕਹਿ ਲਓ ਜਾਂ ਉਹਨਾਂ ਦੇ ਜਨਮ ਦਿਨ 'ਤੇ ਇਹਦਾ ਐਲਾਨ ਹੋਇਆ ਜੀ, ਅਸੀਂ ਤਾਂ ਸਮਝਦੇ ਹਾਂ ਵੀ ਇਹ ਠੀਕ ਹੋਇਆ, ਨਿਆਂ ਹੋਇਆ, ਕਿਉਂਕਿ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਕੇ ਸਿੱਖ ਧਰਮ ਦੀ ਕਹਿ ਲਓ ਜਾਂ ਸਿੱਖ ਇਤਿਹਾਸ ਹੈ, ਸਿੱਖ ਵਿਰਸਾ ਹੈਗਾ, ਉਹਦੀਆਂ ਪਰੰਪਰਾਵਾਂ ਨੇ ਜਿਹੜੀਆਂ ਦੁਨੀਆ ਪੱਧਰ 'ਤੇ ਮੰਨੀਆਂ ਪਰਨੀਆਂ ਉਹਦੀਆਂ ਰਵਾਇਤਾਂ ਨੇ ਜੀ, ਜਿਨ੍ਹਾਂ ਨੂੰ ਉਹਨਾਂ ਨੇ ਸਿਰਜਿਆ, ਸੰਘਰਸ਼ ਕਰਕੇ ਆਪਣਾ ਖੂਨ ਡੋਲ ਕੇ 300-500 ਸਾਲਾਂ ਦਾ ਜਿਹੜਾ ਇਤਿਹਾਸ ਹੈਗਾ, ਉਹ ਜਿਹੜਾ ਸਿਰਜਿਆ ਹੈਗਾ, ਉਹਨਾਂ ਨੇ ਰਵਾਇਤਾਂ ਨੇ ਇਹਦੇ ਵਿੱਚ ਇਹਨੂੰ ਲੜਾਕੂ ਜਜ਼ਬਾ ਦੇਣ 'ਚ
ਉਹਨਾਂ ਨੇ ਰਵਾਇਤਾਂ ਨੇ ਕੰਮ ਕੀਤਾ, ਭਾਵੇਂ ਉਹ ਸੰਗਤ ਪੰਗਤ ਦੀ ਰਵਾਇਤ ਹੈ, ਭਾਵੇਂ ਉਹ ਜਾਵਰ ਨੂੰ ਲਲਕਾਰਨ ਦੀ ਰਵਾਇਤ ਹੈ, ਕਿਉਂਕਿ ਸਿੱਖ ਧਰਮ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਜਿਹੜੇ ਦਾ ਮੋਢੀ ਹੈ, ਬਾਨੀ ਹੈ ਜਿਨ੍ਹਾਂ ਦੇ, ਉਹਨਾਂ ਦਾ ਹਮੇਸ਼ਾ ਹੀ ਇਹ ਰਿਹਾ ਵੀ ਸਿੱਖ ਧਰਮ ਦਾ ਅਸੂਲ ਹੈ ਵੀ ਅਸੀਂ ਮਜ਼ਲੂਮ ਨਾਲ ਖੜਨਾ, ਅਸੀਂ ਗਰੀਬ ਨਾਲ ਖੜਨਾ, ਜਿਹਦੇ ਤੇ ਜ਼ੁਲਮ ਹੋ ਰਿਹਾ ਉਹਦੇ ਨਾਲ ਖੜਨਾ, ਜ਼ੁਲਮ ਕਰਨ ਵਾਲੇ ਦੇ ਵਿਰੁੱਧ ਖੜਨਾ, ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਦੇਸ਼ ਦਾ ਹੋਵੇ, ਕਿਸੇ ਵੀ ਜਾਤ ਮਜ਼ਹਬ ਦਾ ਹੋਵੇ, ਕੋਈ ਹੱਦਾਂ ਨਹੀਂ ਹੈ। ਹਾਂ, ਇਹ ਪਰੰਪਰਾ ਹੈਗੀ ਸਾਰੀਆਂ। ਜੇ ਗੁਰੂ ਨਾਨਕ ਨੂੰ ਅਸੀਂ ਕਹਿੰਦੇ ਵੀ ਇੱਥੇ ਖੁਦ ਵਿਚਰਿਆ ਗੁਰੂ ਨਾਨਕ ਦੇਵ ਜੀ, ਅਸੀਂ ਇਹ ਨਹੀਂ ਕਹਿੰਦੇ ਵੀ ਸਰੀਰਕ ਤੌਰ ਤੇ ਵਿਚਰਿਆ, ਉਹਨਾਂ ਦੀਆਂ ਜਿਹੜੀਆਂ ਸਥਾਪਿਤ ਕੀਤੀਆਂ ਪਰੰਪਰਾਵਾਂ ਨੇ, ਉਹਨਾਂ ਦੀਆਂ ਜਿਹੜੀਆਂ ਆਪਣਾ ਕਹਿ ਲਓ ਵੀ ਲੋਕ ਪੱਖੀ ਵੈਲਿਊਜ਼ ਕਹਿ ਲਓ, ਕਦਰਾਂ ਕੀਮਤਾਂ ਕਹਿ ਲਓ, ਉਹਨਾਂ ਨੇ ਇਸ ਦੇ ਵਿੱਚ ਇਹਨੂੰ ਜਿਤਾਉਣ ਦੇ ਵਿੱਚ ਵੱਡੀ ਭੂਮਿਕਾ ਉਹਨਾਂ ਦੀ। ਸੋ ਇਸ ਕਰਕੇ ਜੇ ਗੁਰੂ ਨਾਨਕ ਦੇਵ ਦੇ ਜਨਮ ਦਿਨ 'ਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਤਾਂ ਇਹ ਦੂਰੀ ਖੁਸ਼ੀ ਹੈ, ਦੂਰੀ ਜਿੱਤ ਵੀ ਕਹੀ ਜਾ ਸਕਦੀ ਹੈ ਵੀ ਗੁਰੂ ਨਾਨਕ ਦੇਵ ਜੀ ਦੀਆਂ ਪਰੰਪਰਾ ਨੂੰ ਵੀ ਉਹਨਾਂ ਨੇ ਉਹਨੂੰ ਮਤਲਬ ਸਲਾਮ ਹੋਈ ਹੈ, ਸਲੂਟ ਹੋਇਆ, ਅਤੇ ਜਿਹੜੇ ਕਿਸਾਨਾਂ ਦੇ ਕਾਨੂੰਨ ਵਾਪਸ ਹੋ ਕੇ ਉਹ ਜਿੱਤ ਹੋਈ ਹੈ। ਮੈਂ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ, ਪਹਿਲੀ ਵਾਰੀ ਮਹਿਸੂਸ ਇੰਝ ਹੋ ਰਿਹਾ ਕਿ ਮੈਂ ਕਿਸੇ ਲੈਫਟ ਦੇ ਜੁਝਾਰੂ ਆਗੂ ਨਾਲ ਗੱਲ ਨਹੀਂ ਕਰ ਰਿਹਾ, ਕਿਸੇ ਸਿੱਖ ਫਿਲਾਸਫਰ ਨਾਲ ਗੱਲ ਕਰ ਰਿਹਾ। ਜਿਵੇਂ ਤੁਸੀਂ ਇਹ ਗੱਲ ਕਹੀ ਆ ਕਿ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਉੱਤੇ ਨਿਆਂ ਹੋਇਆ ਅਤੇ ਸਾਨੂੰ ਦੋਹਰੀ ਖੁਸ਼ੀ ਮਿਲੀ ਆ, ਇੱਕ ਬੜੀ ਵੱਡੀ ਗੱਲ ਤੁਸੀਂ ਕਹੀ ਹੈ। ਸਾਰੇ ਭਰਮ ਜਾਲ ਜਿਹੜੇ ਉਸਾਰੇ ਜਾ ਰਹੇ ਸਨ, ਉਹਨਾਂ ਨੂੰ ਤੁਸੀਂ ਤੋੜ ਦਿੱਤਾ ਆ। ਜਿਵੇਂ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਜਦੋਂ ਦਾ ਅਸੀਂ ਪੜ੍ਹ ਰਹੇ ਹਾਂ ਜਾਂ ਅਸੀਂ ਵੇਖ ਰਹੇ ਹਾਂ, ਜਿਹੜੀ ਲੈਫਟ ਆ ਉਹ ਇਸ ਖਿੱਤੇ ਦੇ ਵਿੱਚ, ਭਾਰਤ ਦੇ ਵਿੱਚ, ਉਹਦੇ ਦੋ ਕਾਨੂੰਨ ਕਿਵੇਂ ਹੋ ਸਕਦੇ ਨੇ? ਇੱਕ ਜਿਹੜਾ ਲੈਫਟ ਆ ਉਹ ਇਹ ਗੱਲ ਕਹਿੰਦਾ ਆ ਕਿ ਜਿਹੜਾ ਜਾਬਰ ਆ, ਜਿਹੜੀ ਜ਼ਬਰ ਦੀ ਕੰਧ ਆ, ਜਿਹੜੀ ਹਕੂਮਤ ਆ, ਉਹਦੇ ਨਾਲ ਜਿਹੜੇ ਕਿਰਤੀ ਕਾਮੇ ਨੇ ਜਿਨ੍ਹਾਂ ਦਾ ਹੱਕ ਦੱਬਿਆ ਜਾ ਰਿਹਾ, ਜੇ ਉਹਨਾਂ ਨਾਲ ਖੜਦੇ ਨੇ ਤਾਂ ਜਿਹੜਾ ਲੈਫਟ ਆ ਉਹ ਕਦੀ ਵੀ ਉਹਦੀ ਹਿਸਟਰੀ ਆ ਕਿ ਉਹ ਕਦੀ ਹਕੂਮਤ ਦੇ ਨਾਲ ਸਮਝੌਤਾ ਨਹੀਂ ਉਹਨੇ ਕੀਤਾ, ਕਦੀ ਉਹ ਹਕੂਮਤ ਦੇ ਨਾਲ ਖੜਿਆ ਨਹੀਂ। ਜਿਹੜਾ ਵਾਰ-ਵਾਰ ਲੋਕ ਇਹ ਕਹਿੰਦੇ ਨਾ ਵੀ ਇਹ ਤਾਂ ਸਾਈਕਲ ਵਾਲੇ ਨੇ, ਇਹ ਤਾਂ ਝੋਲੇ ਵਾਲੇ ਨੇ, ਇਹਦੇ ਪਿੱਛੇ ਬੜਾ ਵੱਡਾ ਇਤਿਹਾਸ ਆ। ਮੈਂ ਖੁੱਲ੍ਹੇ ਦਿਲ ਨਾਲ ਕਹਾਂਗਾ, ਬੇਸ਼ੱਕ ਇਹ ਲੋਕਾਂ ਦੀ ਸੌੜੀ ਸੋਚ ਆ। ਸਾਈਕਲ ਉਹਨਾਂ ਕੋਲ ਤਾਂ ਆ ਕਿ ਉਹਨਾਂ ਨੇ ਕਦੀ ਸਮਝੌਤੇ ਕਰਕੇ ਹਕੂਮਤਾਂ ਤੋਂ ਪੈਸੇ ਨਹੀਂ ਲਏ ਹੈਗੇ। ਝੋਲਾ ਉਹਨਾਂ ਕੋਲ ਤਾਂ ਆ ਕਿ ਉਹਨਾਂ ਨੇ ਬੈਗ ਕਦੀ ਰੱਖੇ ਨਹੀਂ ਕਿ ਪੈਸੇ ਪਾ ਕੇ ਘਰ ਨੂੰ ਲੈ ਕੇ ਆਉਣ। ਇਹ ਲੈਫਟ ਦਾ ਹੁਣ ਤੱਕ ਦਾ ਇਤਿਹਾਸ ਰਿਹਾ। ਫਿਰ ਵੀ ਜਿਹੜਾ ਪੰਜਾਬ ਦਾ ਲੈਫਟ ਆ ਉਹ ਕਿਵੇਂ ਰਾਸ਼ਟਰਵਾਦੀ ਜਿਹੜੀ ਸੋਚ ਆ ਉਹਦੇ ਨਾਲ ਉਹਦਾ ਤਾਲਮੇਲ ਕਿਵੇਂ ਕਿਸ ਤਰ੍ਹਾਂ ਬਹਿ ਗਿਆ ਆ, ਜਦੋਂ ਕਿ ਲੈਫਟ ਮੂਲੋਂ ਹੀ ਇਸ ਚੀਜ਼ ਨੂੰ ਰੱਦ ਕਰਦੀ ਹੈ ਕਿ ਕਿਰਤੀ ਕਾਮਿਆਂ ਦੇ ਸੰਘਰਸ਼ ਦੇ ਨਾਲ ਜਿਹੜਾ ਵੀ ਬੰਦਾ ਖੜਾ ਹੁੰਦਾ ਉਹਦਾ ਸਵਾਗਤ ਆ। ਪਰ ਪੰਜਾਬ ਦੀ ਲੈਫਟ ਇਸ ਗੱਲ ਦੇ ਵਿੱਚ ਕਿਵੇਂ ਹਾਮੀ ਭਰਦੀ ਆ, ਕਿਵੇਂ ਹਕੂਮਤ ਦੇ ਨਾਲ ਤਾਲਮੇਲ ਰੱਖਦੀ ਹੈ, ਕਿਵੇਂ ਸਟੇਟ ਗੌਰਮੈਂਟ ਦੇ ਨਾਲ ਤਾਲਮੇਲ ਰੱਖਦੀ ਆ, ਇਹਦਾ ਕੀ ਵੱਡਾ ਪਾੜਾ ਆ ਕਿ ਲੈਫਟ ਜਿਹੜੀ ਆ ਬਾਕੀ ਸਟੇਟਾਂ ਦੇ ਵਿੱਚ ਉਹਦਾ ਸੈਂਟਰ ਨਾਲ ਹੋਰ ਤਰ੍ਹਾਂ ਦਾ ਰਿਸ਼ਤਾ ਹੈ, ਪਰ ਪੰਜਾਬ ਦੇ ਲੈਫਟ ਦਾ ਹੋਰ ਤਰ੍ਹਾਂ ਦਾ ਤੁਹਾਨੂੰ ਛੱਡ ਕੇ। ਜੀ ਦੇਖੋ ਜੀ, ਪੰਜਾਬ ਦੇ ਲੈਫਟ ਦੇ ਵਿੱਚ ਅਸੀਂ ਵਿਚਰੇ ਹਾਂ ਲਗਭਗ ਜਦੋਂ ਤੋਂ ਵੀ ਅਸੀਂ 1900 ਮੈਂ ਕਾਲਜ ਲਾਈਫ ਛੱਡ ਕੇ 1984 ਤੋਂ ਇੱਧਰ ਅੰਦੋਲਨਾਂ 'ਚ, ਕਿਸਾਨ ਅੰਦੋਲਨਾਂ 'ਚ ਜਿਹੜੇ ਹੋਰ ਕੋਈ ਜ਼ਬਰ ਧੱਕੇ ਦੇ ਖਿਲਾਫ ਅੰਦੋਲਨ ਹੋਏ, ਉਹਨਾਂ 'ਚ ਲਗਾਤਾਰ 16 ਤੇ 20 21 37 ਸਾਲਾਂ ਦਾ ਮੈਂ ਕਹਿਣ ਦਾ ਭਾਵ ਵਿਚਰਿਆ, ਅਤੇ ਵੱਡਾ ਮੇਰਾ ਹਿੱਸਾ ਹੈਗਾ ਲੈਫਟ ਦੇ ਵਿੱਚ ਹੀ ਹੈ ਜੀ, ਲੈਫਟ ਘੇਰਿਆ ਜੀ। ਸੋ ਇਸ ਕਰਕੇ ਲੈਫਟ ਨੂੰ ਨੇੜਿਓਂ ਦੇਖਿਆ ਹੈਗਾ। ਜਿਹੜੀ ਅਸੀਂ ਇੱਕ ਵੱਡੀ ਉਹਦੇ ਵਿੱਚ ਭਟਕਾ ਕਹਿ ਲਓ ਜਾਂ ਉਹਦੇ ਵਿੱਚ ਕਰਾਹਾ ਕਹਿ ਲਓ, ਭਟਕਣ ਕਹਿ ਲਓ, ਜਿਹੜੀ ਲੈਫਟ ਦੇ ਵਿੱਚ, ਉਹ ਸਾਰੀਆਂ ਉਹਦੇ ਵਿੱਚ ਇਹ ਗੱਲ ਜਿਹੜੀ ਖਾਸ ਕਰਕੇ ਸਿੱਖ ਧਾਰਮਿਕ ਘੱਟ ਗਿਣਤੀ ਦਾ ਜਿਹੜਾ ਧੱਕੇ ਵਿਤਕਰੇ ਦਾ ਸਵਾਲ ਹੈ ਜੀ, ਬਿਲਕੁਲ ਸਿੱਖ ਮਿਨੋਰਟੀ ਦਾ, ਸ਼ੁਰੂ ਤੋਂ ਹੀ 47 ਵੇਲੇ ਤੋਂ ਹੀ ਜਦੋਂ ਤੋਂ ਇਹ ਅੰਗਰੇਜ਼ ਗਏ ਨੇ, ਭਾਵੇਂ ਬੋਲੀ ਦੇ ਨਾਂ 'ਤੇ ਹੋਵੇ, ਭਾਵੇਂ ਕਿਸੇ ਹੋਰ ਨਾਂ 'ਤੇ ਹੋਵੇ, ਜਿਹੜਾ ਹੁਣ ਤੱਕ ਹੈਗਾ ਪਾਣੀਆਂ ਦੇ ਨਾਂ 'ਤੇ ਹੋਰ ਸਾਰਾ ਕੁਛ, ਵੀ ਇਹਦੇ ਪ੍ਰਤੀ ਉਹਨਾਂ ਦਾ ਜਿਹੜਾ ਨਜ਼ਰੀਆ ਹੈਗਾ, ਉਹਨਾਂ ਦਾ ਜਿਹੜੀ ਭੜਕਾ ਦਾ ਭੜਕਣ ਦਾ ਇੱਕ ਕਾਰਨ ਇਹ ਵੀ ਹੈਗਾ ਵੀ ਉਹਨਾਂ ਦੀ ਉਹਨਾਂ ਦੀ ਨਜ਼ਰੀਏ 'ਚ ਕਹਿ ਲਓ ਜਾਂ ਉਹਨਾਂ ਦੀ ਸੋਚਣੀ 'ਚ ਇਹ ਗੱਲ ਪਈ ਹੈ ਵੀ ਜਿਵੇਂ ਵੀ ਸਿੱਖ ਤਾਂ ਪੰਜਾਬ 'ਚ ਬਹੁ ਗਿਣਤੀ 'ਚ ਹੈਗੇ ਨੇ ਅਤੇ ਹਿੰਦੂ ਘੱਟ ਗਿਣਤੀ 'ਚ ਹੈ, ਇਸ ਕਰਕੇ ਵੀ ਘੱਟ ਗਿਣਤੀ ਬਹੁ ਗਿਣਤੀ 'ਤੇ ਕਿਵੇਂ ਜ਼ਬਰ ਕਰ ਸਕਦੀ ਹੈ, ਇਹ ਉਹਨਾਂ ਦੀ ਹੈਗੀ। ਇਸ ਕਰਕੇ ਵੀ ਉਹ ਮੰਨਦੇ ਆ ਵੀ ਸਗੋਂ ਤੋਂ ਇੱਥੇ ਤਾਂ ਘੱਟ ਗਿਣਤੀ 'ਤੇ ਜ਼ਬਰ ਹੋ ਰਿਹਾ, ਜਿਹੜੀ ਸਿੱਖ ਬਹੁ ਗਿਣਤੀ ਉਹ ਜ਼ਬਰ ਕਰ ਰਹੀ ਹੈ। ਇਸ ਕਰਕੇ ਸਿੱਖਾਂ ਤਾਂ ਜਿਹੜਾ ਜ਼ਬਰ ਆ, ਵਿਤਕਰਾ, ਧੱਕਾ ਵਿਤਕਰਾ, ਜਿਹਦੀਆਂ ਬਹੁਤ ਜ਼ਿਆਦਾ ਮਿਸਾਲਾਂ ਹੈਗੀਆਂ ਨੇ, ਕੋਈ ਸਾਰੀ ਦੁਨੀਆ ਦੇ ਲੋਕ ਮੰਨਦੇ ਆ ਵੀ ਆਹ ਤਾਂ ਜਮਾਂ ਉਹਨਾਂ ਨਾਲ ਧੱਕੇ ਵਿਤਕਰੇ ਦਾ ਮਾਮਲਾ ਹੈਗਾ। ਇਸ ਕਰਕੇ ਇੱਕ ਤਾਂ ਉਹਨਾਂ ਦੀ ਸੌੜੀ ਇਹ ਪਈ ਹੈ ਵੀ ਜਿਹੜੇ ਹੁੰਦੇ ਵੀ ਬਹੁ ਗਿਣਤੀ 'ਚ ਸਿੱਖ ਹੈ ਇੱਥੇ, ਇਸ ਕਰਕੇ ਇੱਥੇ ਧੱਕਾ ਵਿਤਕਰਾ ਹੋ ਨਹੀਂ ਸਕਦਾ। ਦੂਜਾ ਉਹਨਾਂ ਦੇ ਲੈਫਟ ਦੇ ਵਿੱਚ ਇੱਕ ਇਹ ਵੀ ਵੱਡਾ ਕਰਾਹਾ ਹੈਗਾ, ਭਟਕਣ ਹੈ ਵੀ ਜਿਹੜਾ ਰਾਸ਼ਟਰਵਾਦ ਹੈ, ਵੀ ਭਾਰਤ ਇੱਕ ਰਾਸ਼ਟਰ ਹੈ,
ਭਾਰਤ ਇੱਕ ਰਾਸ਼ਟਰ ਆ। ਰਾਸ਼ਟਰ ਹੈ ਇਹ ਸੋਚਦੇ ਨੇ ਇਹ ਗੱਲ। ਹਾਂ ਹਾਂ ਉਹਨਾਂ ਦਾ ਲੈਫਟ ਦਾ ਹੈਗਾ ਵੀ ਭਾਰਤ ਇੱਕ ਰਾਸ਼ਟਰ ਹੈ ਤੇ ਇੱਕ ਰਾਸ਼ਟਰ ਕੌਮੀ ਰਾਸ਼ਟਰ ਹੈ ਇੱਕ ਜਾਂ ਇਸ ਕਰਕੇ ਵੀ ਜਿਹੜਾ ਵੀ ਇਹ ਰਾਸ਼ਟਰ ਦੇ ਕੋਈ ਆਪਦੀ ਆਜ਼ਾਦੀ ਦੇ ਲਈ ਜਾਂ ਆਪਦਾ ਆਤਮ ਨਿਰਣੇ ਦੇ ਹੱਕ ਦੇ ਲਈ ਕੋਈ ਆਵਾਜ਼ ਉਠਾਉਂਦਾ ਉਹ ਵੀ ਰਾਸ਼ਟਰ ਨੂੰ ਉਹ ਤੋੜਦਾ ਹੈ। ਉਹ ਰਾਸ਼ਟਰ ਵਿਰੋਧੀ ਆ, ਟੈਰਰਿਜ਼ਮ ਰਾਸ਼ਟਰ ਵਿਰੋਧੀ ਹੈ, ਉਹਨੂੰ ਕਹਿੰਦੇ ਆ ਵੀ ਵੱਖਵਾਦੀ ਹੈ, ਅੱਤਵਾਦੀ ਵੱਖਵਾਦੀ ਆ, ਟੈਰਰਿਜ਼ਮ ਜਿਹੜੀ ਸਟੇਟ ਦੀ ਬੋਲੀ ਆ। ਜਿੱਥੋਂ ਜੇ ਕੋਈ ਕਿਸੇ ਨੇ ਸਟੇਟ ਨੇ ਮਜਬੂਰ ਕਰਤਾ ਕਿਸੇ ਵਰਗ ਨੂੰ, ਕਿਸੇ ਜਿਵੇਂ ਆਦਿਵਾਸੀ ਹੈ ਜਾਂ ਹੋਰ ਹੈ ਜਾਂ ਕਿਰਤੀ ਲੋਕ ਹੈ, ਕਿਸਾਨ ਹੈ, ਮਜ਼ਦੂਰ ਹੈ, ਉਹਨਾਂ ਨੂੰ ਮਜਬੂਰ ਕਰਤਾ। ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਲਹਿਰਾਂ ਉੱਠੀਆਂ ਨੇ, ਪੈਪਸੂ ਦੀ ਜਿਹੜੇ ਮੁਜ਼ਾਹਰੇ ਕਿਸਾਨਾਂ ਦਾ ਜਿਹੜਾ ਹਥਿਆਰਬੰਦ ਲਹਿਰ ਉੱਠੀ ਹੈ, ਗਦਰੀਆਂ ਦੀ ਲਹਿਰ ਸੀਗੀ, ਗਦਰ ਆਪਣਾ ਬੱਬਰ ਅਕਾਲੀਆਂ ਦੀ ਲਹਿਰ ਹੈ ਜੀ ਬਿਲਕੁਲ, ਤੇ ਉਸ ਤੋਂ ਬਾਅਦ ਆਹ ਜਿਹੜਾ ਨਕਸਲਵਾੜੀ ਦੀ ਲਹਿਰ ਹੈ ਜਿਹੜੀ ਕਿਸਾਨ ਲਹਿਰੀ ਸੀ, ਵੀ ਕਿਸਾਨੀ ਦੇ ਮੁੱਦੇ ਤੇ ਉੱਠੀ ਸੀ, ਹੱਕਾਂ ਦੀ ਲਹਿਰ ਸੀ। ਹਾਂ, ਇਹਨਾਂ ਨੂੰ ਉਹ ਸਮਝਦੇ ਹੈ ਵੀ ਇਹ ਸਰਕਾਰ ਦਾ ਨਹੀਂ ਕਸੂਰ, ਇਹ ਜਿਨ੍ਹਾਂ ਨੇ ਕੋਈ ਨਕਸਲਵਾੜੀ ਮੂਵਮੈਂਟ ਨੂੰ ਵੀ ਇਦਾਂ ਸੋਚਦੇ ਆ, ਨਕਸਲਵਾੜੀ ਮੂਵਮੈਂਟ ਨੂੰ ਵੀ ਸਰਕਾਰ ਦਾ ਕੋਈ ਕਸੂਰ ਨਹੀਂ ਹੈ, ਵੀ ਜਿਹੜੇ ਉਹਨਾਂ ਨੇ ਹਥਿਆਰ ਉਠਾਏ ਆ ਉਹ ਵਾਇਲੈਂਟ ਹੋਏ ਨੇ, ਵੀ ਅਸਲ ਵਿੱਚ ਉਹ ਇਸ ਕਰਕੇ ਉਹਨੂੰ ਉਹ ਕਹਿ ਦਿੰਦੇ ਆ ਵੀ ਅੱਤਵਾਦ ਹੈ। ਅੱਤਵਾਦ ਗੱਲ ਤੁਸੀਂ ਕਹਿ ਰਹੇ ਹੋ, ਇਹ ਗੱਲ ਬੜੀ ਹਾਂ ਅੱਤਵਾਦ ਤੇ ਰਾਸ਼ਟਰ ਜਿਹੜਾ ਭਾਰਤੀ ਰਾਸ਼ਟਰ ਦੇ ਤੋਂ ਆਜ਼ਾਦੀ ਦੀ ਮੰਗ ਕਰਨਾ ਇਹ ਵੱਖਵਾਦ ਹੈ, ਇਹ ਗੁਨਾਹ ਆ। ਮਤਲਬ ਜਿਹੜਾ ਉਹਨੂੰ ਕਹਿੰਦਾ ਵੀ ਰਾਸ਼ਟਰ ਨੂੰ ਤੋੜਦਾ, ਇਹ ਤੋਂ ਵੱਡਾ ਦੇਸ਼ ਧਰੋਹੀ ਉਹਨਾਂ ਦੇ ਹਿਸਾਬ ਨਾਲ ਕੱਲੀ ਕਾਂਗਰਸ ਹੀ ਨਹੀਂ ਕਹਿੰਦੀ ਵੀ ਦੇਸ਼ ਧਰੋਹੀ ਹੈ, ਇਹ ਵੀ ਕਹਿੰਦੇ ਆ ਵੀ ਉਹ ਦੇਸ਼ ਧਰੋਹੀ ਹੈ ਜਿਹੜਾ ਭਾਰਤੀ ਰਾਸ਼ਟਰ ਦੀ ਏਕਤਾ ਅਖੰਡਤਾ ਨੂੰ ਤੋੜਦਾ। ਜਿਹੜਾ ਇਹ ਇਹਨਾਂ ਦੀ ਧਾਰਨਾ 'ਚ ਪੰਜਾਬ ਦੇ ਲੈਫਟ ਦੀ 'ਚ ਖਾਸ ਕਰਕੇ CPI ਹੈ, CPM ਹੈ, ਇੱਥੋਂ ਤੱਕ ਕਰਕੇ ਵੀ ਜਿਹੜੇ ML ਵਾਲੇ ਹਿੱਸੇ ਵੀ ਕਹਿੰਦੇ ਉਦੋਂ ਗਾਹਾਂ ਜਿਹੜੇ ਸਮਝ ਲਓ ਨਕਸਲਵਾੜੀ ਦੀ ਜੋ ਬਗਾਵਤ ਹੋਈ ਹੈ 67 ਦੇ ਵਿੱਚ, ਉਦੋਂ ਬਾਅਦ ਜਿਹੜੇ CPI CPM ਨੂੰ ਅੱਡ ਹੋਏ ਹਿੱਸੇ ਆ ਉਹਨਾਂ ਦੇ ਵਿੱਚ ਵੀ ਇਹ ਪਈ ਹੈ ਧਾਰਨਾ ਇਹ। ਸੋ ਇਸ ਕਰਕੇ ਪੰਜਾਬ ਦਾ ਜਿਹੜਾ ਲੈਫਟ ਦਾ ਜਿਹੜਾ ਆਪਾਂ ਕਹਿੰਦੇ ਆ ਵੀ ਇਹ ਹਰ ਸਿੱਖ ਨੂੰ ਅੱਤਵਾਦੀ ਕਿਉਂ ਸਮਝ ਲੈਂਦੇ ਆ, ਉਹਦਾ ਵੱਡਾ ਕਾਰਨ ਇਹ ਸਮਝਦੇ। ਪਰ ਫੂਲ ਸਾਹਿਬ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਹੈਰਾਨ ਨਹੀਂ ਹੋਇਆ, ਮੇਰਾ ਇੱਕ ਸਕਿੰਟ ਦੇ ਵਿੱਚ ਇੰਨਾ ਕੁਝ ਦਿਮਾਗ 'ਚ ਘੁੰਮਿਆ ਤੁਹਾਡੀ ਗੱਲ ਸੁਣ ਕੇ ਕਿ ਨਕਸਲਾਈਟ ਮੂਵਮੈਂਟ ਨੂੰ ਜਿੰਨਾ ਕੋ ਮੈਂ ਵਾਚਿਆ ਜਾਂ ਪੜ੍ਹਿਆ ਆ, ਜਿਹੜੀ ਮੁਗਲਾਂ ਨੇ ਜਿਹੜੀ ਕਿਸੇ ਸਿੱਖਾਂ ਦੇ ਨਾਲ ਜਿਹੜੀ ਜਿਵੇਂ ਖੋਪਰੀਆਂ ਲਾ ਦਿੱਤੀਆਂ ਜਾਂ ਬੰਦ ਕੱਢ ਦਿੱਤੇ, ਉਹਨਾਂ ਨੇ ਸਾਹਮਣੇ ਬਹਿ ਕੇ ਸਾਰਾ ਕੁਝ ਕੀਤਾ ਹੈ, ਸਾਨੂੰ ਵੰਗਾਰ ਕੇ ਵੀ ਅਸੀਂ ਤੁਹਾਡੇ ਦੁਸ਼ਮਣ ਆ ਤੇ ਅਸੀਂ ਤੁਹਾਨੂੰ ਮਾਰ ਰਹੇ ਹਾਂ। ਪਰ ਜਿਹੜੀ ਨਕਸਲਾਈਟ ਮੂਵਮੈਂਟ ਸੀਗੀ ਉਹਦੇ ਵਿੱਚ ਹਿੰਦ ਹਕੂਮਤ ਨੇ ਸਿੱਖ ਅਫਸਰਾਂ ਤੋਂ ਜੋ ਕੁਝ ਨਕਸਲਾਈਟ ਦੇ ਯੋਧਿਆਂ ਨਾਲ ਜਾਂ ਉਹਨਾਂ ਦੇ ਪਨਾਹਗੀਰਾਂ ਨਾਲ ਜਾਂ ਉਹਨਾਂ ਦੀਆਂ ਖਹਿਰਾਂ ਦੇ ਨਾਲ ਜਾਂ ਉਹਨਾਂ ਦੇ ਹਮਾਇਤੀਆਂ ਨਾਲ ਕੀਤਾ ਆ, ਮੈਨੂੰ ਨਹੀਂ ਲੱਗਦਾ ਵੀ ਇਹਦੀ ਦੁਨੀਆ ਦੇ ਕਿਤੇ ਵੀ ਕੋਈ ਇਦਾਂ ਦੀ ਮਿਸਾਲ ਹੋਏ। ਜੋ ਕੁਝ ਉਹਨਾਂ ਤੇ ਜ਼ੁਲਮ ਹੋਇਆ, ਐਡੇ ਵੱਡੇ ਜ਼ੁਲਮ ਨੂੰ ਸਟੇਟ ਦੇ ਨੂੰ ਇਹ ਕਿਵੇਂ ਕਹਿ ਸਕਦੇ ਨੇ, ਮਤਲਬ ਕਿ ਇਹ ਲੈਫਟ ਦਾ ਹਿੱਸਾ ਹੈ ਵੀ ਨੇ ਕਿ ਨਹੀਂ। ਮੈਨੂੰ ਤਾਂ ਇਸ ਗੱਲ ਦਾ ਸ਼ੱਕ ਹੋਣ ਲੱਗ ਗਿਆ ਕਿ ਐਡੀ ਵੱਡੀ ਜਿਹੜੀ ਬੇਸ਼ੱਕ ਉਹਦੀ ਉਮਰ ਬਹੁਤ ਥੋੜੀ ਸੀ ਪਰ ਉਸ ਲਹਿਰ ਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਹਕੂਮਤ ਨੇ, ਜਿਹੜੀ ਨਕਸਲਾਈਟ ਮੂਵਮੈਂਟ ਸੀਗੀ। ਆਪਾਂ ਖਾੜਕੂ ਸੰਘਰਸ਼ ਤੇ ਬਾਅਦ ਚ ਆਉਂਦੇ ਹਾਂ, ਆਪਾਂ ਨਕਸਲਾਈਟ ਮੂਵਮੈਂਟ ਦੀ ਗੱਲ ਕਰਦੇ ਹਾਂ ਕਿ ਉਹ ਤਾਂ ਖੁਦ ਜਿਹੜੀ ਲੈਫਟ ਦੀ ਲਹਿਰ ਸੀ, ਬਹੁਤ ਵੱਡੀ ਕਿਰਤੀ ਲੋਕਾਂ ਦੀ ਲਹਿਰ ਸੀ, ਕਿਸਾਨਾਂ ਦੀ ਲੋਕ ਸੀ, ਜ਼ਬਰ ਦੇ ਖਿਲਾਫ ਸੀਗੀ, ਉਹਦੇ ਉੱਤੇ ਇੰਨਾ ਵੱਡਾ ਕਹਿਰ ਹੋਇਆ ਕਿ ਇੱਥੋਂ ਤੱਕ ਬਾਬੇ ਬੁੱਝਾ ਸਿੰਘ ਹੁਣਾਂ ਦੇ ਜਾਂ ਹੋਰ ਕਈਆਂ ਦਾ ਜਿਹੜਾ ਇਤਿਹਾਸ ਆ, ਕਲਾੜੀ ਦੇ ਵਿੱਚ ਉਹਨਾਂ ਦੇ ਹੱਥ ਪਾ ਕੇ ਗੰਨੇ ਵਾਂਗੂ ਪੀੜ ਦਿੱਤਾ ਸੀ। ਇਸ ਤੋਂ ਵੱਡੀਆਂ ਮਿਸਾਲਾਂ ਕਿਵੇਂ ਹੋ ਸਕਦੀਆਂ ਨੇ? ਔਰ ਉਸ ਗੱਲ ਨੂੰ ਵੀ ਇਹਨਾਂ ਨੇ ਕਹਿਣਾ ਵੀ ਇਹ ਗਲਤ ਸਨ, ਤਾਂ ਫਿਰ ਤੁਸੀਂ ਇਹਨਾਂ ਨੂੰ ਲੈਫਟ ਦਾ ਹਿੱਸਾ ਕਿਵੇਂ ਮੰਨਦੇ ਹੋ ਜੀ? ਮੈਨੂੰ ਇਹ ਗੱਲ ਹੀ ਨਹੀਂ ਹਜਮ ਹੋ ਰਹੀ ਕਿ ਲੈਫਟ ਕਿਵੇਂ ਸਟੇਟ ਨਾਲ ਖੜ ਸਕਦੀ ਹੈ ਜੀ। ਬਿਲਕੁਲ ਜੀ, ਇਹ ਅਸੀਂ ਵੀ ਨੋਟ ਕਰਦੇ ਵੀ ਜਿਹੜਾ ਲੈਫਟ ਦੇ ਉਸਤਾਦ ਹੈ ਨਾ, ਇਕੱਲੇ ਪੰਜਾਬ ਦੇ ਨਹੀਂ, ਜਿਹੜੀ ਦੁਨੀਆ ਦੀ ਲੈਫਟ ਦੇ ਉਸਤਾਦ ਕਹਿ ਲਓ ਜਾਂ ਉਹਨਾਂ ਦੇ ਉਹ ਸਿਧਾਂਤ ਰਚਨ ਵਾਲੇ ਕਹਿ ਲਓ, ਮਾਰਕਸ ਲਾ ਲਓ, ਮਾਰਕਸ ਲੈ ਲਓ, ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਲੈਨਨ ਹੈ ਜਾਂ ਆਪਣਾ ਮੌਜੇ ਤੁੰਗ ਹੈ ਜਿਹੜਾ ਚੇਨ ਦਾ ਜੀ, ਉਹਨਾਂ ਨੇ ਲੈਨਨ ਨੇ ਤਾਂ ਇੱਥੋਂ ਤੱਕ ਕਿਹਾ ਵੀ ਜਿਹੜਾ ਸਟੇਟ ਹੈ ਜਾਂ ਰਾਜ ਸ਼ਕਤੀ ਹੈ, ਹਾਕਮ ਜਮਾਤਾਂ ਦੀ ਜਿਹੜੀ ਰੂਲਿੰਗ ਕਲਾਸਾਂ ਦੇ ਜਿਹਦੇ ਹੱਥ 'ਚ ਸਟੇਟ ਹੈ, ਉਹ ਸਟੇਟ ਦੇ ਖਿਲਾਫ ਕੋਈ ਸੱਚੇ ਦਿਲੋਂ ਲੜਨਾ ਚਾਹੁੰਦਾ ਵੀ ਇਹ ਸਾਨੂੰ ਸਟੇਟ ਕੁਚਲ ਰਹੀ ਹੈ, ਅਸੀਂ ਲੜਨਾ, ਭਾਵੇਂ ਉਹ ਪਾਦਰੀ ਵੀ ਕਿਉਂ ਨਾ ਹੋਵੇ, ਉਹਦੇ ਨਾਲ ਵੀ ਤੁਸੀਂ ਰਲ ਕੇ ਲੜ ਸਕਦੇ ਹੋ ਖੁੱਲੀਆਂ ਬਾਹਾਂ ਨਾਲ ਵੀ, ਭਾਵੇਂ ਕੋਈ ਪਾਦਰੀ ਦਾ ਮਤਲਬ ਹੈ ਵੀ ਧਰਮ ਦਾ ਕੋਈ ਗੁਰੂ ਵੀ ਹੋਵੇ, ਭਾਵੇਂ ਕੋਈ ਉਹਦੇ ਨਾਲ ਵੀ ਉਹ ਜੇ ਸਟੇਟ ਨਾਲ ਲੜਨਾ ਚਾਹੁੰਦਾ ਉਹ, ਤੇ ਅਸੀਂ ਉਹਦੇ ਨਾਲ ਉਹਦਾ ਧਰਮ ਕੀ ਹੈ, ਉਹਦੀ ਵਿਚਾਰਧਾਰਾ ਕੀ ਹੈ, ਉਹਨੂੰ ਪਾਸੇ ਰੱਖ ਕੇ ਤੁਸੀਂ ਸਟੇਟ ਨਾਲ ਲੜ ਸਕਦੇ ਹੋ ਉਹਦੇ ਨਾਲ ਵੀ। ਇੱਥੋਂ ਤੱਕ ਵੀ ਉਹਨਾਂ ਨੇ ਕਿਹਾ, ਪਰ ਸਾਡੇ ਹਿਸਾਬ ਨਾਲ ਵੀ ਇਹ ਉਹ ਜਿਹੜਾ ਉਹ ਸਿਧਾਂਤ ਹੈ ਜਿਹੜਾ ਰਚਨ ਵਾਲੇ ਦੇ ਹੈਗੇ, ਜਿਵੇਂ ਆਪਾਂ ਕਹਿੰਦੇ ਆ ਨਾ ਵੀ
ਅੱਜ ਇਹਦੇ ਕੱਲ੍ਹ ਜਨਮਦਾਤੇ ਸਿੱਖੀਜ਼ਮ ਦੇ ਵਿੱਚ ਵੀ ਕਿੰਨੇ ਉਹ ਕਰਾਹੇ ਪੈਦਾ ਹੋ ਗਏ ਪੈ ਗਏ, ਬਿਲਕੁਲ ਜਿਹੜੇ ਉਸ ਵਿਚਾਰਧਾਰਾ ਨੂੰ, ਜਿਹੜੀ ਸਪਿਰਿਟ ਨੂੰ ਛੱਡ ਗਏ। ਬਿਲਕੁਲ ਇਸੇ ਤਰ੍ਹਾਂ ਜਿਹੜੀ ਲੈਫਟ ਦੇ ਵਿੱਚ ਵੀ ਜਿਹੜੀ ਆ ਇਹ ਕਿਉਂ ਹੋ ਗਏ? ਕਿਉਂਕਿ ਉਹਨੂੰ ਤੱਤ ਨੂੰ ਛੱਡ ਗਏ, ਉਸ ਨੂੰ ਤੱਤ ਨੂੰ ਛੱਡ ਗਏ। ਅਸਲ ਕਿਤੇ ਇਹ ਨੀਤੀ ਤਾਂ ਨਹੀਂ ਵੀ ਤੁਹਾਨੂੰ ਪਤਾ ਹੈ ਵੀ ਜੇ ਸਟੇਟ ਦੇ ਸਾਹਮਣੇ ਤੁਸੀਂ ਖੜੋਗੇ ਤਾਂ ਚਮੜੀ ਉਧੇੜ ਦਿੰਦੀ ਆ ਸਰਕਾਰ, ਆਪਣੀਆਂ ਚਮੜੀਆਂ ਨੂੰ, ਆਪਣੀਆਂ ਜਾਇਦਾਦਾਂ ਨੂੰ, ਆਪਣੇ ਸਿਸਟਮ ਨੂੰ ਬਚਾ ਕੇ ਕਿਤੇ ਸਮੂਥ ਜਿਹੜੀ ਚੱਲਣ ਦੀ ਰਵਾਇਤ ਆ ਸਟੇਟ ਦੀ, ਮੈਨੂੰ ਲੱਗਦਾ ਵੀ ਉੱਥੇ ਕਰਕੇ ਖੜ ਗਏ ਨੇ। ਜਿਵੇਂ ਤੁਸੀਂ ਆਪਾਂ ਸਿੱਖਾਂ ਦੀ ਵੀ ਗੱਲ ਕੀਤੀ ਹੈ ਵੀ ਬਹੁਤ ਵੱਡਾ ਹਿੱਸਾ ਕੁਰਾਹੇ ਪਿਆ ਹੋਇਆ, ਉਸ ਤਰੀਕੇ ਨਾਲ ਇਹ ਵੀ ਸੈਂਟਰ ਦੀ ਜਿਹੜੀ ਵਿਚਾਰਧਾਰਾ ਹੈ, ਜਿਹੜੀ ਰਾਸ਼ਟਰਵਾਦ ਦਾ ਜਿਹੜਾ ਗਲਬਾ ਆ, ਉਹਦੇ ਵਿੱਚ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਜਕੜ ਚੁੱਕੇ ਨੇ ਇਹ ਲੋਕ। ਠੀਕ, ਇਹ ਤਾਂ ਵੀ ਤੁਸੀਂ ਸਟੇਟ ਨਾਲ, ਦੁਸ਼ਮਣ ਦੀ ਸਟੇਟ ਨਾਲ ਲੜਨਾ, ਉਹ ਤਾਂ ਜੀ ਫਿਰ ਸਿੱਧੀ ਗੱਲ ਹੈ, ਉਖਲੀ 'ਚ ਸਿਰ ਦਿੱਤਾ ਮੋਹੜਿਆਂ ਦੀ ਡਰ। ਉਹ ਤਾਂ ਹੁੰਦਾ ਵੀ ਸਾਡਾ ਮੌ ਨੇ ਕਹੀ ਹੈ ਗੱਲ ਮੌਜੇ ਤੱਕ ਨੇ ਵੀ ਉਹ ਕੋਈ ਇਹ ਕਸੀਦਾਕਾਰੀ ਨਹੀਂ ਕਿਸੇ ਦੁਸ਼ਮਣ ਦੇ ਖਿਲਾਫ ਲੜਨਾ। ਇੱਕ ਉਹਨਾਂ ਦੇ ਖਿਲਾਫ ਜੰਗ ਹੁੰਦੀ ਹੈ, ਉਹ ਜੰਗ ਦੇ ਵਿੱਚ ਤੁਹਾਡਾ ਵੀ ਸਿਰ ਕੱਟਿਆ ਜਾ ਸਕਦਾ, ਉਹਨਾਂ ਦਾ ਵੀ ਕੱਟਿਆ ਜਾ ਸਕਦਾ, ਉਹਨਾਂ ਦਾ ਵੀ ਕੱਟਿਆ। ਇਸ ਕਰਕੇ ਤਾਂ ਉਹੀ ਲੜਦੇ ਆ ਜਿਹੜੇ ਸਿਰ ਕਟਾਉਣ ਨੂੰ, ਸਿਰ ਤਰੀ ਤੇ ਧਰ ਕੇ ਲੜਦੇ ਆ। ਜਮਾਤੀ ਜੰਗ ਸਿਰ ਲਾਉਣ ਨੂੰ ਜਾਂ ਸਿਰ ਲਵਾਉਣ ਨੂੰ, ਹਾਂ, ਜਿਹੜੇ ਤਿਆਰ ਆ ਵੀ ਜੇ ਸਾਡਾ ਇਹ ਜੰਗ 'ਚ ਸਿਰ ਵੀ ਲੈਂਦਾ ਤਾਂ ਲੈ ਜਾਣਗੇ। ਮਤਲਬ ਜਮਾਤ ਸਟੇਟ ਦੇ ਖਿਲਾਫ, ਜਮਾਤੀ ਦੁਸ਼ਮਣ ਦੇ ਖਿਲਾਫ ਉਹੀ ਲੜ ਸਕਦੇ ਆ। ਉਹਨਾਂ ਦੀ ਤਾਂ ਇਹ ਸਿੱਖਿਆ ਜਾਂ ਸੰਦੇਸ਼ ਹੈਗਾ। ਪਰ ਜੇ ਹੁਣ ਇਹ ਹੈਗਾ ਵੀ ਕਿਤੇ ਸਾਡਾ ਉਹਨੂੰ ਭੁਲਾ ਦਿੱਤਾ ਗਿਆ, ਜਾਨ ਨਾ ਚਲੀ ਜਾਵੇ, ਬਸ ਉਹੀ ਗੱਲ ਕਿ ਚਮੜਾ ਬਚਾਉਣਾ ਹੈ ਆਪਣਾ, ਵੀ ਉਹੇ ਜਿਹਾ ਲੜੀ ਜਾਓ ਵੀ ਇਹਦੇ ਨਾਲ ਤੁਹਾਡੀ ਲੜਾਈ ਵੀ ਰਹੇ, ਤੁਹਾਡਾ ਕੋਈ ਉਵੇਂ ਤੁਹਾਡਾ ਫਿਜ਼ੀਕਲੀ, ਤੁਹਾਡਾ ਇਕਨੋਮਿਕਲੀ, ਤੁਹਾਡਾ ਬੋਲਬਾਲਾ ਵੀ ਰਵੇ ਤੇ ਸਟੇਟ ਨਾਲ ਤੁਹਾਡੀ ਸਾਂਝ ਵੀ ਰਵੇ। ਇਹ ਮੰਨਦੇ ਨੇ ਕਿ ਇਹ ਭਾਰਤ ਇੱਕ ਰਾਸ਼ਟਰ ਆ। ਹਾਂ, ਇਹ ਮੰਨਦੇ ਨੇ। ਵੱਡਾ ਹਿੱਸਾ ਲੈਫਟ ਦਾ ਜਿਹੜਾ ਪੰਜਾਬ ਵਾਲਾ ਵੀ ਤੇ ਇੰਡੀਆ ਦਾ ਵੀ, ਜਿਹੜਾ CPI ਹੈ, CPM ਹੈ, ਅੱਛਾ, ਜਿਹੜੀਆਂ ਵੱਡੀਆਂ ਪਾਰਟੀਆਂ ਹੈਗੀਆਂ ਨੇ, ਆਪਾਂ ਕਮਿਊਨਿਸਟਾਂ ਦੀਆਂ ਚੋਣਾਂ 'ਚ ਵੀ ਖੜੀਆਂ ਹੁੰਦੀਆਂ ਨੇ, ਉਹਨੂੰ ਸੰਸਦ ਦੀ ਲੈਫਟ ਵੀ ਕਹਿ ਦਿੰਦੇ ਆ ਅਸੀਂ, ਜਿਹੜੇ ਕਹਿੰਦੇ ਆ ਵੀ ਆਹ ਚੋਣਾਂ ਰਾਹੀਂ ਆਹ ਰਾਜ ਬਦਲਿਆ ਜਾਊਗਾ। ਪਰ ਉਹ ਵੈਸੇ ਜਿਹੜਾ ਲੈਫਟ ਦਾ ਜਿਹੜਾ ਸਿਧਾਂਤ ਹੈ, ਬੇਸ ਆ, ਉਹ ਤਾਂ ਨਹੀਂ ਕਹਿੰਦੇ ਵੀ ਚੋਣਾਂ ਰਾਹੀਂ, ਵੋਟ ਪਰਚੀਆਂ ਰਾਹੀਂ ਰਾਜ ਬਦਲਿਆ ਜਾਂਦਾ। ਉਹ ਇਕੱਲੀਆਂ ਸਰਕਾਰਾਂ ਬਦਲੀਆਂ ਜਾਂਦੀਆਂ, ਰਾਜ ਨਹੀਂ ਬਦਲਿਆ ਜਾਂਦਾ। ਰਾਜ ਤਾਂ ਤਾਕਤ ਦੇ ਜ਼ੋਰ ਹੀ, ਜਿਹਦੇ ਕੋਲੇ ਤਾਕਤ ਹੈ, ਤਾਕਤ ਦੇ ਜ਼ੋਰ ਹੀ ਬਦਲਿਆ, ਪਾਵਰ ਚੇਂਜ ਕਰ ਸਕਦੇ ਹੋ ਪਰ ਬਦਲਾ ਨਹੀਂ ਆ ਸਕਦਾ। ਸੋ ਇਸ ਕਰਕੇ ਇਹਨਾਂ ਦਾ ਤਾਂ CPI CPM ਦਾ ਤਾਂ ਹੈਗਾ ਵੀ ਇਹ ਭਾਰਤ ਇੱਕ ਰਾਸ਼ਟਰ ਹੈ। ਜਿਹੜਾ ਇਹਨਾਂ ਨੇ ਏਕਤਾ ਅਖੰਡਤਾ ਦਾ ਨਾਅਰਾ ਦਿੰਦੇ ਆ, ਏਕਤਾ ਦਾ ਮਤਲਬ ਕੀ ਹੈ? ਰਾਸ਼ਟਰੀ ਏਕਤਾ ਨੂੰ ਕਹਿੰਦੇ, ਰਾਸ਼ਟਰੀ ਏਕਤਾ ਨੂੰ ਕਹਿੰਦੇ ਨੇ। ਅਖੰਡਤਾ ਮਤਲਬ ਵੀ ਉਹ ਇਕਜੁੱਟ ਹੈ, ਉਹਨੂੰ ਜੇ ਵੀ ਕੋਈ ਉਹਦੇ ਵਿੱਚੋਂ ਆਪਦਾ ਅਧਿਕਾਰ ਮੰਗਦਾ, ਇਹਨੂੰ ਅਖੰਡਿਤ ਨਹੀਂ ਕਰ ਸਕਦੇ, ਜਾਂ ਸੈਲਫ ਆਤਮ ਨਿਰਣੇ ਦਾ ਹੱਕ ਮੰਗਦਾ, ਉਹਨੂੰ ਕਹਿੰਦੇ ਆ ਵੀ ਉਹ ਜਿਹੜੀ ਅਖੰਡਤਾ ਦਾ ਵਿਰੋਧੀ ਆ, ਰਾਸ਼ਟਰੀ ਅਖੰਡਤਾ ਦਾ। ਸੋ ਇਸ ਕਰਕੇ ਇਹਦੇ ਵਿੱਚੋਂ ਹੀ ਸਾਰਾ ਜਿਹੜਾ ਇਹਨਾਂ ਦਾ ਜਿਹੜੀਆਂ ਮੂਵਮੈਂਟਾਂ ਹੈਗੀਆਂ ਨੇ, ਨੈਸ਼ਨੈਲਿਟੀ ਦੀਆਂ ਮੂਵਮੈਂਟਾਂ ਨੇ, ਕਸ਼ਮੀਰ ਵਾਲੀ ਹੈ ਜਾਂ ਉਧਰ ਅਸਾਮ ਵਾਲੀ, ਦੂਜੇ ਆਪਣਾ ਮਿਜ਼ੋਰਾਮ ਵਾਲੀ ਹੈ, ਤੇ ਪੰਜਾਬ ਵਾਲੀ ਹੈਗੀ ਆ, ਜਿਹੜੀ ਜਿੱਥੇ ਵੀ ਕੋਈ ਨੈਸ਼ਨੈਲਿਟੀ ਦੀਆਂ ਮੂਵਮੈਂਟਾਂ ਆ ਗਈਆਂ, ਇਹਨਾਂ ਨੇ ਮਤਲਬ ਉਹ ਖਾਸ ਕਰਕੇ ਜਿਹੜੀ ਪੰਜਾਬ ਵਾਲੀ ਸੀਗੀ, ਆਪਣੀ ਜਿਹੜੀ ਸਿੱਖ ਧਰਮ ਘੱਟ ਗਿਣਤੀ ਵਾਲੀ ਜਾਂ ਪੰਜਾਬੀਆਂ ਦੀ ਜਿਹੜੀ ਲਹਿਰ ਹੈ, ਉਹਦਾ ਉੱਥੋਂ ਉਹ ਨਿਕਲ ਆਉਂਦਾ ਵੀ ਇਹ ਵੱਖਵਾਦ ਹੈ, ਇਹ ਵੱਖਵਾਦ ਆ। ਬੜੀ ਤੁਸੀਂ ਵੱਡੀ ਖੁੱਲ੍ਹਦਿਲੀ ਦੇ ਨਾਲ, ਦਲੇਰੀ ਨਾਲ ਇਹ ਗੱਲ ਕਹੀ ਆ, ਕਿਉਂਕਿ ਬਹੁਤ ਲੋਕ ਇਸ ਗੱਲ ਨੂੰ ਗੋਲ-ਮੋਲ ਤਰੀਕੇ ਨਾਲ ਕਰਦੇ ਨੇ। ਤੇ ਮੈਂ ਜਿਵੇਂ ਤੁਹਾਡਾ ਸੁਭਾਅ ਆ, ਉਹਦੇ ਮੁਤਾਬਕ ਤੁਹਾਡੇ ਤੋਂ ਸਵਾਲ ਕਰਾਂਗਾ ਕਿ ਸਰਜੀਤ ਫੂਲ ਹੁਣੀ ਹੁਣ ਅੱਜ ਜਿਹੜੀ ਇਹ ਜਿੱਤ ਆ, ਇਸ ਜਿੱਤ ਨੂੰ ਜਦੋਂ ਕਾਨੂੰਨੀ ਰੂਪ ਇਹਨੇ ਲੈ ਲਿਆ ਤੇ ਤੁਹਾਡੇ ਕੋਲ ਉਹਦਾ ਖਰੜਾ ਆ ਜਾਂਦਾ ਆ, ਉਹਨੂੰ ਤੁਸੀਂ ਪੜ੍ਹ ਲੈਂਦੇ ਹੋ, ਉਸ ਤੋਂ ਬਾਅਦ ਸਰਜੀਤ ਫੂਲ ਹੁਣੀ ਆਪਣੀ ਜਥੇਬੰਦੀ ਜਾਂ ਸਿੱਖ ਸੰਸਥਾਵਾਂ ਜਿਹੜੀਆਂ ਪੰਜਾਬ ਨੂੰ ਚਾਲੇ ਮਾਰਨਗੀਆਂ ਜਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ, ਅਖੰਡ ਪਾਠ ਸਾਹਿਬ ਕਰਾ ਕੇ ਤੇ ਅੱਗੇ ਨਤਮਸਤਕ ਹੋਣਗੀਆਂ, ਉਸ ਤਰੀਕੇ ਨਾਲ ਤੁਸੀਂ ਵੀ ਇੱਥੋਂ ਚਾਲੇ ਮਾਰੋਗੇ ਜਾਂ ਅੱਗੇ ਕੋਈ ਹੋਰ ਰਣਨੀਤੀ ਹੈ ਇਸ ਤੋਂ ਬਿਨਾਂ? ਦੇਖੋ ਜੀ, ਉਹ ਅਸੀਂ ਪਹਿਲਾਂ ਵੀ ਕਿਹਾ ਵੀ 3 ਕਾਨੂੰਨ ਹੈ ਜਿਹੜਾ ਇਹਨਾਂ 9 ਮੰਗਾਂ ਬਣ ਗਈਆਂ ਸੀਗੀਆਂ ਹੁਣ ਤੱਕ ਸਾਡੀਆਂ ਇਸ ਅੰਦੋਲਨ ਦੀਆਂ ਜੀ। 6 ਤਾਂ ਅਸੀਂ ਸ਼ੁਰੂ 'ਚ ਜਦੋਂ ਇੱਥੇ ਦਿੱਲੀ ਆਏ ਉਹੀ ਸੀਗੀਆਂ ਜੀ। ਉਹਨਾਂ ਦੇ ਵਿੱਚ ਆ ਜਿਹੜੇ 700 ਦੇ ਲਗਭਗ ਕਿਸਾਨਾਂ ਦੀਆਂ ਜਾਨਾਂ ਗਈਆਂ ਜੀ, ਸਰਕਾਰ ਅੰਦੋਲਨ ਕਰਕੇ ਗਈਆਂ, ਸਰਕਾਰ ਇਹਦੀ ਜ਼ਿੰਮੇਵਾਰੀ ਉੱਟੇ, ਉਹਨਾਂ ਦਾ ਜਿਹੜਾ ਪਰਿਵਾਰਾਂ ਦੇ ਉਹ ਇਸ ਜੰਗ 'ਚ ਗਏ ਹੱਥ ਧਰੇ, ਹਾਂ ਉਹ ਜੰਗ 'ਚ ਇਸ 'ਚ ਸ਼ਹੀਦ ਹੋਇਆ, ਆਪਦੇ ਕਿਸੇ ਨਿੱਜੀ ਮਸਲੇ 'ਚ ਨਹੀਂ। ਬਿਲਕੁਲ, ਜਿਵੇਂ ਸਰਕਾਰ ਦੀ ਫੌਜ ਦੇ ਜਦੋਂ ਕੋਈ ਸ਼ਹੀਦ ਹੋ ਜਾਂਦਾ ਤਾਂ ਉਹਦੇ ਪਰਿਵਾਰ ਨੂੰ ਫੌਜ ਆਪਦਾ ਪਰਿਵਾਰ ਸਮਝ ਕੇ ਉਹਨੂੰ ਸਹਾਰਾ ਦਿੰਦੀ ਹੈ, ਇਵੇਂ ਇਹਨਾਂ ਕਿਸਾਨ ਪਰਿਵਾਰਾਂ ਨੂੰ ਵੀ ਸਹਾਰਾ ਦੇਵੇ। ਇਹ ਮੰਗ ਹਜੇ ਕੇਸ ਰਜਿਸਟਰਡ ਹੋਏ ਹੈ, 48,000 ਕੇਸ ਹੈ ਜਿਹੜਾ 307 ਵਰਗੀਆਂ ਸੰਗੀਨ ਧਾਰਾਵਾਂ ਦੇ ਤਹਿਤ ਇਸ ਤੋਂ ਪਹਿਲਾਂ ਜਿਹੜਾ ਕਿਸਾਨਾਂ ਤੇ ਉਹ ਰਜਿਸਟਰਡ ਹੋ ਚੁੱਕੇ ਹੈ। 48,000 ਹੈ ਉਹਦੀ ਜਿਹੜੀ ਗਿਣਤੀ ਹੈ, ਜਿਹੜੀ ਕਿਸਾਨਾਂ ਦੇ ਵਿੱਚ ਪੰਜਾਬ ਦੇ ਆ, ਹਰਿਆਣੇ ਦੇ ਆ, ਦੂਜੀਆਂ ਸਟੇਟਾਂ ਦੇ ਆ, ਯੂਪੀ ਹੈ, ਉੱਤਰਾਖੰਡ ਹੈ, ਸਾਰੀਆਂ ਸਟੇਟਾਂ ਦੇ ਜੇ ਆਪਾਂ ਗਿਣਤੀ ਕਰ ਲੈਣੀ ਹੋ ਕਿਸਾਨਾਂ ਦੀ ਤਾਂ 48,000 ਗਿਣਤੀ ਬਣ ਜਾਂਦੀ। 48,000 ਪਰਚੇ ਹੋਏ ਨੇ? ਹਾਂ, ਨਹੀਂ ਪਰਚੇ ਨਹੀਂ ਜੀ, ਗਿਣਤੀ ਹੈ ਕਿਸਾਨਾਂ ਦੀ, ਜਿਹੜੇ ਵੱਖ-ਵੱਖ ਪਰਚੇ ਤਾਂ ਲਾ ਲਾ ਵੀ
FIR ਕਹਿ ਦਿੰਦੇ ਜਿਨ੍ਹਾਂ ਨੂੰ ਜੀ ਆਪਾਂ, ਜੀ ਜੀ ਉਹ 70 ਹੋ ਸਕਦੀਆਂ, 80 ਹੋ ਸਕਦੀਆਂ 80 ਨੇ। ਹੋ ਸਕਦਾ, ਠੀਕ। ਪਰ ਉਹਨਾਂ 'ਚ ਜਿਹੜੇ ਉਹਨਾਂ ਨੇ ਸ਼ਾਮਲ ਕੀਤੇ ਆ, ਮੈਂ ਇੱਕ ਸਮਝ ਗਿਆ ਇੱਕ ਜੀ। FIR ਦੇ ਵਿੱਚ 500 ਕਿਸਾਨ ਸ਼ਾਮਲ ਕੀਤਾ ਹੋਇਆ। ਠੀਕ ਆ ਠੀਕ ਆ, ਉਹ ਓਕੇ ਓਕੇ, ਠੀਕ ਹੈ ਠੀਕ। 48,000 FIR ਨਹੀਂ, 48,000 ਜਿਨ੍ਹਾਂ ਨੂੰ ਵਿੱਚ ਉਹਨਾਂ ਨੇ ਨਾਮਜ਼ਦ ਕੀਤਾ, 48,000 ਜਿਹੜੀ ਆ ਉਹ ਗਿਣਤੀ ਆ ਕਿਸਾਨਾਂ ਦੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਉਹਨਾਂ FIR ਵਿੱਚ ਨਾਮਜ਼ਦ ਕੀਤਾ, ਉਹਨਾਂ ਕੇਸਾਂ ਦੇ ਵਿੱਚ। ਉਹਨਾਂ ਕੇਸਾਂ, ਠੀਕ ਹੈ ਇਸ ਜੀ, ਕਰਕੇ ਉਹਨਾਂ ਨੂੰ ਇਹ ਨਵੀਂ ਮੰਗ ਜੁੜ ਗਈ ਵੀ ਉਹ ਜਦੋਂ ਕੇਸ ਆਪਣਾ ਕਾਨੂੰਨ ਵਾਪਸੀ ਹੋ ਗਈ ਤਾਂ ਕੇਸਾਂ ਦੀ ਵਾਪਸੀ ਉਹਨਾਂ ਨੂੰ ਅਦਾਲਤਾਂ 'ਚ ਜਾਂ ਉਹਨਾਂ ਨੂੰ ਕਚਹਿਰੀਆਂ 'ਚ ਖਾਕ ਛਾਣ ਦੇ ਤਾਂ ਛੱਡ ਨਹੀਂ ਸਕਦੇ। ਪਰ ਸੋ ਉਹਨਾਂ ਦਾ ਸਾਰਾ ਇੱਕੋ ਝਟਕੇ ਨਾਲ, ਇੱਕੋ ਹੁਕਮ ਨਾਲ ਕੇਂਦਰ ਦਾ ਜਿਹੜਾ ਗ੍ਰਹਿ ਵਿਭਾਗ ਹੈ ਉਹਦੇ ਕੋਲੇ ਪਾਵਰਾਂ ਹੈਗੀਆਂ, ਉਹ ਇੱਕੋ ਹੁਕਮ ਦੇ ਤਹਿਤ ਸਾਰੇ ਦੇ ਸਾਰੇ ਉਹ ਜਿਹੜੇ ਕੇਸ ਹੈ ਉਹ ਵਾਪਸ ਹੋ ਸਕਦੇ ਆ। ਵਾਪਸ ਸੋ ਉਹ ਵਾਪਸ ਹੋਣ, ਕੰਪਨਸੇਸ਼ਨ ਮਿਲੇ। ਬਿਜਲੀ ਬਿੱਲ ਹੈ ਜਿਹੜਾ ਸੋਧ ਬਿੱਲ ਹੈਗਾ ਜਿਹਦੇ ਨਾਲ ਸਾਰਾ ਕੰਪਨੀਆਂ ਕੋਲੇ ਸਾਰੀ ਬਿਜਲੀ ਜਾ ਵੜਨੇ, ਉਹ ਸਾਰੀਆਂ 6 ਮੰਗਾਂ ਜੇ ਜਿਹੜੀਆਂ ਅਸੀਂ ਖੁੱਲ੍ਹਾ ਖਤ ਲਿਖ ਕੇ ਪ੍ਰਧਾਨ ਮੰਤਰੀ ਨੂੰ ਉਹਦੇ ਵਿੱਚ ਦਰਜ ਵੀ ਕੀਤੀਆਂ ਜੀ ਵੀ ਆਹ 6 ਮੰਗਾਂ ਤੇ ਵੀ ਨਿਪਟਾਰਾ ਹੋਣਾ ਚਾਹੀਦੀਆਂ, ਵੀ ਇਸੇ ਅੰਦੋਲਨ ਦੀਆਂ ਮੰਗਾਂ ਨੇ। ਇਸੇ ਅੰਦੋਲਨ ਸੋ ਇਸ ਕਰਕੇ ਸਾਡਾ ਹੈਗਾ ਵੀ ਇਹ ਤਾਂ ਕਾਨੂੰਨ ਵਾਲੀ ਗੱਲ ਤਾਂ ਸਾਡੇ ਹਿਸਾਬ ਨਾਲ ਹੈ ਵੀ ਇੱਕ ਹਿਸਾਬ ਨਾਲ ਮੰਨੀ ਗਈ, ਕਿਉਂਕਿ ਉਹਨਾਂ ਨੇ ਕੈਬਨਿਟ ਦੇ ਵਿੱਚ ਵੀ ਅਪਰੂਵਲ ਦੇ ਦਿੱਤੀ। ਹੁਣ 29 ਤਰੀਕ ਨੂੰ ਉਹਦੀ ਕਾਨੂੰਨੀ ਪ੍ਰਕਿਰਿਆ ਵੀ 1-2 ਦਿਨਾਂ 'ਚ ਪੂਰੀ ਹੋ ਜਾਊਗੀ, ਪੂਰੀ ਹੋ ਜਾਣੀ, ਠੀਕ ਇਹ ਤਾਂ ਇੱਕ ਹਿਸਾਬ ਨਾਲ ਸਾਡੇ ਝੋਲੇ 'ਚ ਪੈ ਗਈ। ਪਰ ਜਿਹੜੀਆਂ ਹਜੇ ਬਾਹਰ ਨੇ ਉਹਨਾਂ ਦਾ ਨਿਪਟਾਰਾ ਵੀ ਕਿਸਾਨ ਚਾਹੁੰਦੇ ਆ। ਅੱਜ ਮੈਂ ਬੋਲ ਕੇ ਵੀ ਆਇਆ, ਮੈਂ ਪੁੱਛਿਆ ਵੀ ਉਸ ਸਾਰਾ ਜਿਹੜਾ ਆਡੀਅੰਸ ਸੀਗਾ, ਇਕੱਠ ਸੀਗਾ, ਵੀ ਕਿ ਉਹ ਕਿਸਾਨਾਂ ਵਾਲੇ ਕੇਸ ਛੱਡ ਗਏ ਸੀ ਉੱਥੇ ਹੀ, ਵੀ ਆਪਾਂ ਹੁਣ ਪਿੰਡ ਜਾ ਵੜ ਗਏ, ਉਹ ਆਪਦੇ ਤਰੀਖਾਂ ਭੁਗਤਣ ਜਿਹੜੇ ਸਾਡੇ ਮੂਹਰੇ ਲੱਗੇ, ਕਿਉਂਕਿ ਕੇਸ ਵੀ ਉਹਨਾਂ ਨੇ ਬਣਿਆ ਨਾ ਜਿਹੜੇ ਨੇ ਮੂਹਰੇ ਅਗਵਾਈ ਕੀਤੀ ਹੈ, ਮੂਹਰੇ ਉਹਨਾਂ ਦੇ ਸਾਹਮਣੇ ਹੋ ਕੇ ਲੜੇ ਫੇਸ ਟੂ, ਜਿਨ੍ਹਾਂ ਨੇ ਉਹਨਾਂ ਦੀਆਂ ਬੈਰੀਕੇਡਿੰਗ ਪਾਸੇ ਕੀਤੇ ਆ, ਜਿਹੜੇ ਜਿਨ੍ਹਾਂ ਨੇ ਉਹਨਾਂ ਦੇ BJP ਦਾ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਉਹਨਾਂ ਦਾ ਉਤਰਨ ਨਹੀਂ ਦਿੱਤਾ, ਉਹਨਾਂ ਦਾ ਹੈਲੀਕਾਪਟਰ ਤੱਕ ਨਹੀਂ ਉਤਰਨ ਦਿੱਤਾ ਜੀ। ਜਿਨ੍ਹਾਂ ਨੇ ਉਹਦਾ ਉੱਥੇ ਲਖੀਮਪੁਰ ਦੇ ਵਿੱਚ ਕਾਲੇ ਝੰਡੇ ਦਿਖਾਏ ਨੇ ਉਹਨਾਂ ਨੂੰ ਮੂਹਰੇ ਹੋ ਕੇ, ਉਹਨਾਂ ਦੇ ਕੇਸ ਬਣੇ ਆ। ਸੋ ਕੀ ਉਹ ਜਿਹੜੇ ਮੂਹਰਲੀਆਂ ਫਰੰਟ ਤੇ ਹੋ ਕੇ ਲੜੇ, ਇੱਕ ਤੇ ਪਿੱਛੋਂ ਸਪੋਰਟ ਕਰਦੇ ਆ ਸਾਡੇ, ਇੱਕ ਜਿਹੜੇ ਮੂਹਰਲੀ ਫਰੰਟ ਤੇ ਹੋ ਕੇ ਲੜਦਾ, ਜਿਹੜੇ ਮੂਹਰਲੇ ਫਰੰਟ ਤੇ ਹੋ ਕੇ ਲੜੇ ਆ ਕਿਸਾਨ, ਉਹਨਾਂ ਦੇ ਕੇਸ ਬਣੇ ਆ। ਕੀ ਉਹਨਾਂ ਨੂੰ ਉਹਨਾਂ ਦੇ ਰਹਿਮ ਤੇ ਛੱਡ ਦਗੇ ਅਸੀਂ? ਤਾਂ ਉਹ ਲੋਕ ਕਹਿੰਦੇ ਵੀ ਨਹੀਂ ਕੋਈ ਨਹੀਂ ਛੱਡਿਆ ਜਾ ਸਕਦਾ, ਨਹੀਂ ਛੱਡਿਆ ਜਾ ਸਕਦਾ। ਕੀ ਕੰਪਨਸੇਸ਼ਨ ਨਾ ਦੇਵਾਂਗੇ? ਉਹ ਕਹਿੰਦੇ ਵੀ ਨਹੀਂ, ਉਹ ਸਾਡੇ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀਆਂ ਆਤਮਾਵਾਂ ਸਾਨੂੰ ਲਾਹਣਤ ਪਾਉਣਗੀਆਂ ਜੇ ਅਸੀਂ ਉਹ ਮੁੱਦਾ ਛੱਡ ਕੇ ਜਾ ਵੜਦੇ। ਇਸ ਕਰਕੇ ਅਸੀਂ ਚਾਹੁੰਦੇ ਆ ਵੀ ਉਹ ਸਾਨੂੰ ਉਮੀਦ ਹੈਗੀ ਹੈ ਵੀ ਹਜੇ ਆਹ 29 ਤਰੀਕ ਤੱਕ ਜਦੋਂ ਤੱਕ ਇਹ ਪ੍ਰਕਿਰਿਆ ਪੂਰੀ ਹੋਣੀ ਹੈ ਕਾਨੂੰਨਾਂ ਨੂੰ ਵਾਪਸ ਲੈਣ ਦੀ, ਵੀ ਸਰਕਾਰ ਬਾਕੀ ਮੰਗਾਂ ਬਾਰੇ ਵੀ ਬੈਠੂਗੀ, ਉਹਦਾ ਗੱਲਬਾਤ ਰਾਹੀਂ ਨਿਪਟਾਰਾ ਕਰੂਗੀ। ਜੇ ਗੱਲਬਾਤ ਰਾਹੀਂ ਨਿਪਟਾਰਾ ਹੋ ਜਾਂਦਾ, ਨਿਪਟਾਰੇ ਦਾ ਭਾਵ ਕੀ ਹੈ ਵੀ ਉਹ ਆਹ MSP ਵਾਲਾ ਤੇ ਉਹਦਾ ਪਾਰਲੀਮੈਂਟ 'ਚ ਜਿਹੜਾ ਬਿਜਲੀ ਬਿੱਲ ਹੈ ਜਿਹੜਾ ਉਹਦਾ ਪਾਰਲੀਮੈਂਟ 'ਚ ਕਰ ਦਿੰਦੇ ਆ ਵੀ ਕਾਨੂੰਨ ਅਜੇ ਬਣੇ ਨੇ ਆਰਡੀਨੈਂਸ, ਪਾਰਲੀਮੈਂਟ 'ਚ ਉਹਦੇ ਬਾਰੇ ਐਲਾਨ ਕਰ ਦਿੰਦੇ ਆ, ਜਾਂ ਵੀ ਅਸੀਂ 3 ਮਹੀਨਿਆਂ ਦੇ ਜਾਂ 6 ਮਹੀਨਿਆਂ 'ਚ ਅਸੀਂ ਉਹਦਾ ਕਾਨੂੰਨ ਬਣਾ ਦੇਵਾਂਗੇ ਜਾਂ ਉਹਦਾ ਕਾਨੂੰਨ ਦਾ ਖਰੜਾ ਲੈ ਆਵਾਂਗੇ ਪਾਰਲੀਮੈਂਟ 'ਚ ਪੇਸ਼ ਕਰਨ ਦੇ ਖਾਤਰ। ਬਾਕੀ ਮੰਗਾਂ ਤੇ ਉਹਨਾਂ ਦਾ ਐਲਾਨ ਹੋ ਜਾਂਦਾ ਵੀ ਅਸੀਂ ਉਹਨੂੰ ਇੰਨੇ ਸਮੇਂ 'ਚ ਪੂਰੀਆਂ ਕਰ ਦਾਂਗੇ। ਫਿਰ ਉਹ ਜਿਹੜਾ ਹੈਗਾ ਫਿਰ ਇਹ ਅੰਦੋਲਨ ਹੈ, ਐ ਸਮਝ ਲਓ ਵੀ ਉਨੇ ਸਮੇਂ ਲਈ ਇਹਨੂੰ ਮੁਲਤਵੀ ਕੀਤਾ ਜਾ ਸਕਦਾ, ਫਿਰ ਵਾਪਸ ਪਿੰਡਾਂ 'ਚ ਵਾਪਸੀ ਹੋ ਸਕਦੀ ਹੈ। ਵਾਪਸੀ ਹੋ ਸਕਦੀ ਆ। ਤੁਸੀਂ ਉਹਨੂੰ ਉਹਨਾਂ ਚਿਰ ਦੀ ਮੁਲਤਵੀ ਕਰੋਗੇ ਜਿੰਨਾ ਚਿਰ ਉਹ ਕਾਨੂੰਨੀ ਰੂਪ ਨਹੀਂ ਲੈਂਦਾ, ਖਰੜਾ ਪੇਸ਼ ਕਰਦੇ ਨੇ ਜਾਂ ਉਸ ਗੱਲ ਦੀ ਸਹਿਮਤੀ ਦਿੰਦੇ ਨੇ, ਉਹਨਾਂ ਚਿਰ ਇਹਨੂੰ ਮੁਲਤਵੀ ਸਮਝਿਆ ਜਾਊਗਾ। ਸੰਘਰਸ਼ ਦੀ ਜਿਹੜੀ ਆ ਉਹਨੂੰ ਖਤਮ ਨਹੀਂ ਕੀਤਾ, ਖਤਮ ਨਹੀਂ ਹੋਊਗਾ। ਇਹ ਤਾਂ ਵੇਖੋ, ਮੈਂ ਤੁਹਾਨੂੰ ਦੱਸਦਾ ਕਿ ਪਿੰਡ ਲੈਵਲ ਦੀ ਜਿਹੜੀ ਲੜਾਈ ਹੁੰਦੀ ਆ, ਜੋ 2 ਧਿਰਾਂ 'ਚ ਕੋਈ ਲੜਾਈ ਹੁੰਦੀ ਆ, ਉਹ 'ਚ ਕੋਈ ਪਰਚੇ ਹੁੰਦੇ ਨੇ, ਜਦੋਂ ਦਾ ਸਮਝੌਤਾ ਹੁੰਦਾ ਹੈ ਕਿਸੇ ਪੰਚਾਇਤ 'ਚ ਬਹਿ ਕੇ ਤਾਂ ਪਰਚੇ ਰੱਦ ਦੋਵਾਂ ਪਾਸਿਓਂ ਕਰਵਾਏ ਜਾਂਦੇ ਨੇ। ਤਾਂ ਇਹ ਵੀ ਇੱਕ ਵੱਡੀ ਲੜਾਈ ਸੀ ਜਿਹਦੇ ਵਿੱਚ ਹਜ਼ਾਰਾਂ, ਤੁਸੀਂ ਦੱਸਿਆ ਕਿ ਕਿਸਾਨਾਂ ਦੇ ਉੱਤੇ ਜਿਹੜਾ ਪਰਚਾ ਹੋਇਆ ਹੈ, ਤੇ ਉਹਨਾਂ ਦਾ ਤਾਂ ਇਹ ਪਹਿਲ ਦੇ ਆਧਾਰ 'ਤੇ ਸਾਡੀ ਮੰਗ ਚਾਹੀਦੀ। ਉਹਨਾਂ ਚਿਰ ਤੇ ਮੇਰੇ ਖਿਆਲ 'ਚ ਬਿਲਕੁਲ ਨਹੀਂ ਇੱਥੋਂ ਹਿੱਲਣਾ ਚਾਹੀਦਾ ਜਿੰਨਾ ਚਿਰ ਪਰਚੇ ਰੱਦ ਨਹੀਂ ਹੁੰਦੇ, ਕਿਉਂਕਿ ਇਹ ਬੜੀ ਵੱਡੀ ਗੱਲ ਆ। ਕਿਉਂਕਿ ਇੰਨੇ ਲੋਕ ਕਿਵੇਂ ਉਹ ਕਿੱਥੋਂ ਜਾ ਕੇ ਤਰੀਕਾਂ ਭੁਗਤਣਗੇ, ਕਿਵੇਂ ਕੋਰਟਾਂ ਜਾਣਗੇ। ਜੇ ਇਹ ਸਾਰੀ ਗੱਲ ਹੋ ਜਾਂਦੀ ਹੈ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਫਿਰ ਵਾਪਸੀ ਕਰਾਂਗੇ, ਠੀਕ ਹੈ ਜੀ। ਤੇ ਇੱਕ ਗੱਲ ਹੋਰ ਜਿਹੜੀ ਅੱਜ ਸਾਹਮਣੇ ਆਈ ਆ, ਉਹਦੇ ਤੇ ਤੁਹਾਡੇ ਤੋਂ ਮੈਂ ਸਿਰਫ ਥੋੜ੍ਹੀ ਜਿਹੀ ਜਿਹੜੀ ਰਾਏ ਲਵਾਂਗਾ ਕਿ ਭਾਰਤ ਸਰਕਾਰ ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਇੱਕ ਕਾਨੂੰਨ ਪਾਸ ਕਰ ਰਹੀ ਆ ਕਿ ਜਿਵੇਂ ਕਹਿੰਦੇ ਨੇ ਕਿ ਪੰਜਾਬ ਦੇ ਜੰਮੇ ਨੂੰ ਨਿੱਤ ਮਹਿਮਾ। ਤੁਹਾਡੇ ਸਾਹਮਣੇ ਇੱਕ ਹੋਰ ਪਹਾੜ ਜਿੱਡੀ ਜਿਹੜੀ ਗੱਲ ਆ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਮੋਦੀ ਆ ਉਹ ਖੜੀ ਕਰ ਰਿਹਾ ਆ, ਉਹਨੂੰ ਤੁਸੀਂ ਕਿਵੇਂ ਨਜਿੱਠਣਾ ਆ। ਇਹ ਵੀ ਕਿਰਤੀ ਲੋਕਾਂ ਦਾ ਇੱਕ ਬਹੁਤ ਵੱਡਾ ਜਿਹੜਾ ਆ ਕੇਸ ਹੋਊਗਾ, ਜਿਹੜਾ ਤੁਹਾਡੇ ਸਾਹਮਣੇ ਆਊਗਾ ਭਵਿੱਖ 'ਚ। ਪਰ ਮੈਂ ਟੁੱਕ ਮਾਤਰ ਤੁਹਾਨੂੰ ਦੱਸੂਗਾ ਕਿ ਜੀ ਉਹਦੀਆਂ ਪਰਤਾਂ ਅਜੇ ਖੁੱਲ੍ਹਣਗੀਆਂ। ਉਹ ਹੈਗਾ ਆ ਡਿਜੀਟਲ ਕਰੰਸੀ ਦਾ ਜੀ। ਅੱਛਾ, ਡਿਜੀਟਲ ਕਰੰਸੀ RBI ਨੇ ਕਹਿ ਦਿੱਤਾ ਆ, ਅੱਜ ਦੀ ਨਿਊਜ਼ ਆ
ਕਿ ਉਹ ਡਿਜੀਟਲ ਕਰੰਸੀ ਜਿਹੜੀ ਆ ਦਸੰਬਰ ਦੇ ਪਹਿਲੇ ਹਫਤੇ ਲੈ ਕੇ ਆਉਣਗੇ ਤਾਂ ਜਿਹੜੀ ਆਹ ਕਰੰਸੀ ਹੈ ਖਤਮ ਕਰ ਦਿੱਤੀ ਜਾਊਗੀ। ਟੋਟਲ ਬੈਂਕ ਜਿਹੜੇ ਨੇ ਉਹ ਇੱਕ ਬੈਂਕ 'ਚ ਮਰਜ ਕਰ ਲਏ ਜਾਣਗੇ। 17 ਲੱਖ ਬੰਦਾ ਇੱਕੋ ਦਿਨ ਆਪਣੀਆਂ ਸੇਵਾਵਾਂ ਤੋਂ ਮੁਕਤ ਹੋ ਜਾਊਗਾ, ਉਹਨਾਂ ਦੀ ਜੌਬ ਚਲੀ ਜਾਊਗੀ, ਉਹਨਾਂ ਦੇ ਪਰਿਵਾਰ ਸੜਕ 'ਤੇ ਆ ਜਾਣਗੇ। ਇਹ ਜਿਹੜੀ ਵੱਡੀ ਮੁਹਿੰਮ ਤੁਹਾਡੇ ਸਾਹਮਣੇ ਇੱਕ ਖੜੀ ਹੋਣ ਵਾਲੀ ਆ, ਕਿਉਂਕਿ ਜਿਹੜੇ ਲੋਕ ਹਕੂਮਤਾਂ ਦੇ ਖਿਲਾਫ ਲੜਦੇ ਨੇ ਤੇ ਮਜ਼ਲੂਮਾਂ ਦੇ ਹੱਕ ਦੇ ਵਿੱਚ ਖੜ੍ਹਦੇ ਨੇ, ਉਹਨਾਂ ਨੂੰ ਮੁਸੀਬਤਾਂ ਤਾਂ ਰਹਿੰਦੀਆਂ ਹੀ ਨੇ। ਤਾਂ ਇਹਦੇ ਉੱਤੇ ਵੀ ਤੁਸੀਂ ਅਗਲੀ ਜਿਹੜੀ ਚਰਚਾ ਉਹ ਕਰ ਸਕਦੇ ਹੋ ਕਿਉਂਕਿ 17 ਲੱਖ ਕਾਮੇ ਜਿਹੜੇ ਨੇ ਉਹ ਨੌਕਰੀ ਤੋਂ ਹੱਥ ਧੋ ਲੈਣਗੇ। ਇਹ ਸਟੇਟ ਦਾ ਇੱਕ ਨਵਾਂ ਕਾਨੂੰਨ ਬਣਨ ਜਾ ਰਿਹਾ ਹੈ। ਦੇਖੋ ਜੀ, ਹੁਣ ਤਾਂ ਇਹਦੇ ਬਾਰੇ ਮੈਂ ਕਹਿੰਦਾ ਵੀ ਮੇਰੀ ਕੋਈ ਬਾਹਲੀ ਸਟੱਡੀ ਹੋਵੇ। ਇਹਨੂੰ ਉਹ ਬਿਟਕੋਇਨ ਵੀ ਕਹਿੰਦੇ ਆ, ਜਿਹੜਾ ਉਹਨਾਂ ਨੇ ਸਿੱਕਾ ਉਹ ਬਿਟਕੋਇਨ ਸੀਗਾ। ਇਹ ਹੁਣ ਜਿਹੜੀ ਕ੍ਰਿਪਟੋ ਕਰੰਸੀ ਜਿਹੜੀ ਨਵੀਂ ਇੱਕ ਇੰਡੀਆ 'ਚ ਜਿਹੜੀ ਲਾਂਚ ਹੋਈ ਸੀਗੀ, ਉਹਨੂੰ ਬੈਨ ਕਰਕੇ ਇਹ ਤੇ ਆਪਣੀ ਡਿਜੀਟਲ ਕਰੰਸੀ ਜਿਹੜੀ ਆ ਉਹ ਲੈ ਕੇ ਆ ਰਹੇ ਨੇ ਵੀ ਇਹ ਉਹ ਕਹਿਣ ਦਾ ਭਾਵ ਤਾਂ ਜਦੋਂ ਹਜੇ ਇਹ ਅਨਫੋਲਡ ਹੋਊਗੇ ਉਧੜੂਗੀ ਇਹ ਸਾਰੀ ਉਹਨਾਂ ਦੀ ਜੀ। ਵੱਧ ਤਾਂ ਇਹਦਾ ਪਤਾ ਉਦੋਂ ਹੀ ਲੱਗੂਗਾ। ਇਹ ਵੈਸੇ ਸਟੱਡੀ ਸਾਡੇ ਹਿਸਾਬ ਨਾਲ ਇਹਨੂੰ ਉਹ ਆਪਣੇ ਕੋਈ ਵੀ ਹੈਗੀ ਆ ਉਹਨੂੰ ਆਪਦੇ ਅੰਡਰ ਕਰਨਾ ਚਾਹੁੰਦੇ ਨੇ, ਮਤਲਬ ਇਹ ਖਤਮ ਦੀ ਬਜਾਏ ਵੀ, ਤਾਂ ਕਿ ਉਹ ਜੋ ਉਹਦਾ ਵੀ ਲਾਭ ਵੀ ਹੋਵੇ। ਜਿਹੜਾ ਇਹ ਨਹੀਂ, ਜਿਵੇਂ ਹੁਣ ਇਹ ਇੱਕ ਬੋਲੀ, ਇੱਕ ਭਾਸ਼ਾ, ਇੱਕ ਚੀਜ਼, ਇੱਕ ਬੈਂਕ, ਇੱਕ ਨਾਰਾ, ਉਹਦੇ ਤਹਿਤ ਇਹ ਨਿਊ ਵਰਲਡ ਦੇ ਘੇਰੇ 'ਚ ਇਹ ਕਰੰਸੀ ਲੈ ਕੇ ਆਉਣਗੇ ਜੀ, ਜਿਹਦੇ ਵਿੱਚ ਬੈਂਕ ਮਰਜ ਹੋ ਜਾਣਗੇ। 1-2 ਬੈਂਕ ਰਹਿ ਜਾਊਗਾ। ਤੁਹਾਡੀ ਜੇਬ ਦੇ ਵਿੱਚ ਕਦੀ ਕੋਈ ਪੈਸਾ ਨਹੀਂ ਹੋਊਗਾ। ਤੁਸੀਂ ਡਿਜੀਟਲ ਕਰੰਸੀ ਕੋਡ ਦੇ ਹਿਸਾਬ ਨਾਲ ਤੁਹਾਡੇ ਕੋਲ ਪੈਸੇ ਹੋਣਗੇ, ਜਿਹਦੇ ਵਿੱਚ ਕਈ ਕਰੋੜ ਯਾਨੀ ਕਿ 40 ਕਰੋੜ ਤੋਂ ਉੱਤੇ ਲੋਕ ਜਿਹੜੇ ਖਾਤਿਆਂ ਵਾਲੇ ਨੇ ਉਹ ਪ੍ਰਭਾਵਿਤ ਹੋਣਗੇ। ਉਹਨਾਂ ਦੀਆਂ ਜਾਇਦਾਦਾਂ, ਉਹਨਾਂ ਦੀ ਜਿਹੜੀ ਇਨਕਮ ਸੋਰਸ ਨੇ ਜਿਹੜੇ ਸਾਰੇ, ਜਾਂ ਉਹਨਾਂ ਦੀ ਜਿਹੜੀ ਪੂੰਜੀ ਆ ਬੈਂਕਾਂ ਦੇ ਵਿੱਚ, ਉਹ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਣ ਜਾ ਰਹੀ ਆ। ਇਹ ਤੁਹਾਡੀ ਅਗਲੀ ਮੁਹਿੰਮ। ਦੇਖੋ ਜੀ, ਇਹ ਤਾਂ ਸਾਡਾ ਪੱਕਾ ਨਿਰਣਾ ਹੈਗਾ ਵੀ ਜਿਹੜੀ ਇਹ ਸਰਕਾਰ ਹੈ, ਭਾਵੇਂ ਇਹਨੇ ਜਿੰਨੀਆਂ ਵੀ ਹੁਣ ਤੱਕ ਪਾਲਿਸੀਆਂ ਕਾਨੂੰਨ ਲਿਆਂਦੇ ਆ, ਭਾਵੇਂ GST ਵਾਲਾ ਸੀਗਾ, ਭਾਵੇਂ ਨੋਟਬੰਦੀ ਵਾਲਾ ਸੀਗਾ, ਇਹ ਇਕਨੋਮਿਕ ਖੇਤਰ ਦੇ, ਫਾਈਨਾਂਸ ਖੇਤਰ ਦੇ ਇਹ ਮਾਮਲੇ ਸੀ, ਮਾਮਲੇ ਨੇ ਜੀ, ਬਿਲਕੁਲ ਮਾਮਲੇ ਨੇ। ਇਹ ਜਿਹੜਾ ਹੈਗਾ ਕਰੰਸੀ ਵਾਲੀ ਗੱਲ ਕਰਦੇ ਤੁਸੀਂ, ਇਹ ਵੀ ਇਕਨੋਮਿਕ ਔਰ ਫਾਈਨਾਂਸ ਖੇਤਰ ਦਾ ਜੀ ਬਿਲਕੁਲ ਮਾਮਲਾ ਹੈਗਾ। ਵੀ ਜਿਹੜੇ ਵੀ ਇਹਨਾਂ ਨੇ ਇਕਨੋਮਿਕ ਔਰ ਫਾਈਨਾਂਸ ਖੇਤਰ 'ਚ ਜਿੰਨੇ ਤੋਂ ਪਹਿਲਾਂ ਕਾਨੂੰਨ ਨੀਤੀਆਂ ਸਟੈਪ ਲੈ ਕੇ ਆਏ, ਉਹ ਕਿਸੇ ਨਾ ਕਿਸੇ ਢੰਗ ਨਾਲ ਉਹ ਜਿਹੜੇ ਵੱਡੇ ਕਾਰਪੋਰੇਟਸ ਨੇ, ਵੱਡੀਆਂ ਮਲਟੀਨੈਸ਼ਨਲ ਇੰਪੀਰੀਅਲਿਸਟ ਵਾਲੀਆਂ ਕੰਪਨੀਆਂ ਹੈਗੀਆਂ ਨੇ, ਜਿਹੜੀਆਂ ਦੇਸ਼ ਵਿਦੇਸ਼ ਦੀਆਂ ਇੱਥੇ ਪੂੰਜੀ ਲੱਗੀ ਹੈ, ਜਿਨ੍ਹਾਂ ਦੀ ਸੇਵਾ ਕਰ ਰਹੇ ਆ, ਇਹਨਾਂ ਦੇ ਇੱਥੋਂ ਦੇ ਜਿਹੜੇ ਕਿਰਤੀ ਲੋਕ ਹੈ, ਕੋਈ ਕਾਮੇ ਲੋਕ ਆਪਦਾ ਕਰਕੇ ਖਾਂਦੇ ਆ, ਉਹਨਾਂ ਲਈ ਨਹੀਂ ਪਾਲਿਸੀਆਂ। ਇਹ ਸਾਰੀਆਂ ਗਲਾ ਹੀ ਘੁੱਟਣਾ, ਇਹਨਾਂ ਨੇ ਗਲਾ ਘੁੱਟਣਾ। ਸੋ ਇਸ ਕਰਕੇ ਵੀ ਇਹ ਵੀ ਚੱਲ ਕਿਵੇਂ ਉਹਨਾਂ ਦੀ ਸੇਵਾ 'ਚ ਭੁਗਤੂਗੀ, ਇਹ ਤਾਂ ਸਾਹਮਣੇ ਹਜੇ ਆਊ ਭਵਿੱਖ 'ਚ। ਪਰ ਉਹ ਸਾਡਾ ਹੈਗਾ ਵੀ ਜੇ ਇਹ ਜਿਹਾ ਕੋਈ ਲੈ ਕੇ ਆ, ਹੁਣ ਵਾਲੇ ਦੱਸਿਆ ਵੀ ਉਹ ਕਰੰਸੀ ਵਾਲਾ ਇਹਨਾਂ ਨੇ ਬਿੱਲ ਵੀ ਲੈ ਕੇ ਆ ਰਹੇ ਆ। ਹਾਂ, ਬਿੱਲ ਲੈ ਕੇ ਉਹ ਲਿਸਟ 'ਚ ਆ ਗਿਆ, ਉਹਦਾ ਆ ਗਿਆ। ਹਾਂਜੀ, ਵੀ ਕਿਸੇ ਨਾ ਕਿਸੇ ਲੋਟ ਉਹ ਜਿਹੜਾ ਵਿੱਤੀ ਖੇਤਰ ਦੇ ਵੱਡੇ ਕਾਰਪੋਰੇਟਸ ਹੈਗੇ ਨੇ, ਵੱਡੀਆਂ ਦਿਓ ਸ਼ਕਤੀਆਂ ਹੈਗੀਆਂ ਨੇ ਜਿਹੜੀਆਂ, ਉਹਨਾਂ ਦੀ ਕਿਸੇ ਨਾ ਕਿਸੇ ਲੋਟ ਇਹਨਾਂ ਨੇ ਜਿਵੇਂ GST ਰਾਹੀਂ ਜਾਂ ਨੋਟਬੰਦੀ ਰਾਹੀਂ ਸੇਵਾ ਕੀਤੀ ਹੈ, ਇਸ ਰਾਹੀਂ ਵੀ ਉਹਨਾਂ ਦੀ ਭਵਿੱਖ 'ਚ ਉਹ ਵੀ ਇਹੀ ਮੰਤਵ ਹੋਊਗਾ ਇਹਨਾਂ ਦਾ। ਮੰਤਵ ਉਹੀ। ਅੱਛਾ, ਅਗਲੀ ਗੱਲ ਇਹ ਆ ਕਿ ਜਿਵੇਂ ਤੁਸੀਂ ਹੁਣ ਕਿਹਾ ਵੀ 29 ਤਰੀਕ ਨੂੰ ਜੇ ਇਹ ਕਾਨੂੰਨ ਬਣ ਜਾਂਦਾ ਆ ਜਾਂ ਇਹ ਰੱਦ ਹੋ ਜਾਂਦੇ ਨੇ ਤਾਂ ਕਾਨੂੰਨੀ ਖਰੜਾ ਤੁਹਾਡੇ ਕੋਲ ਆ ਜਾਂਦਾ ਹੈ, ਤੇ ਉਹਦੇ ਸੰਬੰਧ 'ਚ ਤੁਹਾਡੀ ਕੋਈ ਮੀਟਿੰਗ ਹੋਈ ਹੁਣ? ਹਾਂਜੀ, ਸਾਡੀ ਮੀਟਿੰਗ ਇਹ ਤੋਂ ਪਹਿਲਾਂ 21 ਨੂੰ ਹੋਈ ਸੀਗੀ ਤੇ ਹੁਣ ਕੱਲ ਨੂੰ ਹੋ ਰਹੀ ਹੈ, 27 ਨੂੰ ਕੱਲ ਨੂੰ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ। ਠੀਕ ਹੈ। ਉਹਦੇ ਵਿੱਚ ਇਹੀ ਤੈਅ ਕਰਨਾ ਵੀ ਇੱਕ ਤਾਂ ਜਿਹੜਾ 29 ਵਾਲਾ ਹੈਗਾ ਵੀ ਉਹਨੂੰ ਵੀ ਜੇ ਪੋਸਟਪੋਨ ਵੀ ਕਰਨਾ ਜੀ ਤਾਂ ਉਹਨੂੰ ਕਿੰਨੇ ਕੁ ਦਿਨ ਲਈ ਕਰਨਾ, ਕਿੰਨੇ ਦਿਨ ਲਈ, ਕਿਉਂਕਿ 29 ਦਾ ਇਹ ਠੋਸ ਸੀਗਾ, ਉਹ ਅਸੀਂ ਜ਼ੋਰ ਦੇ ਕੇ ਕਰਵਾਇਆ ਸੀ। ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ 'ਚ ਬਹੁਤ ਜ਼ੋਰ ਲਾਇਆ ਸੀ ਅਸੀਂ ਵੀ 26 ਜਨਵਰੀ ਤੋਂ ਬਾਅਦ 26 ਜਨਵਰੀ ਤੋਂ ਬਾਅਦ 1 ਫਰਵਰੀ ਦਾ ਤੁਹਾਨੂੰ ਪਤਾ ਹੋਣਾ ਵੀ ਹੋ ਗਿਆ ਸੀਗਾ ਵੀ ਅਸੀਂ ਪੈਦਲ ਕੂਚ ਕਰਾਂਗੇ ਪਾਰਲੀਮੈਂਟ ਵੱਲ ਜੀ 26 ਜਨਵਰੀ ਵਾਲੀ ਪਰੇਡ ਤੋਂ ਬਾਅਦ ਜੀ। ਚਲ ਉਦੋਂ ਬਾਅਦ ਉਹ 1 ਫਰਵਰੀ ਵਾਲਾ ਹੀ ਇਹੋ ਜਿਹੀ ਮੁਲਤਵੀ ਹੋਇਆ, ਉਹ ਪਾਰਲੀਮੈਂਟ ਵਾਲਾ ਜਿਹੜਾ ਕੂਚ ਹੈ, ਜਿਹੜਾ ਪਾਰਲੀਮੈਂਟ ਦੇ ਅੱਗੇ ਤੱਕ ਪਹੁੰਚਣ ਵਾਲਾ, ਉੱਥੇ ਡੇਰੇ ਲਾਉਣ ਵਾਲਾ ਜੀ, ਉਹ ਮੁੜ ਕੇ 2 ਸੈਸ਼ਨ ਵੀ ਲੰਘ ਗਏ ਪਾਰਲੀਮੈਂਟ ਦੇ ਜੀ। ਇੱਕ ਸਰਦਾ ਵਰਖਾ ਰੁੱਤ ਸੈਸ਼ਨ ਸੀ, ਉੱਥੇ ਅਸੀਂ ਗਰਮੀ 'ਚ ਬਹੁਤ ਜ਼ੋਰ ਲਾਇਆ ਜੀ ਵੀ ਭਾਈ ਇਹ ਐਂ ਜੇ ਇੱਥੇ ਬੈਠੇ ਰਹੇ ਤਾਂ ਇਹਦੇ ਨਾਲ ਜਿਵੇਂ ਖੜੇ ਪਾਣੀ 'ਚ ਵਗਦਾ ਪਾਣੀ ਰਹੇ, ਗਤੀ ਰਹੇ ਤਾਂ ਤਾਜ਼ਾ ਰਹਿੰਦਾ, ਜਦੋਂ ਖੜ ਜੇ ਪਾਣੀ ਤਾਂ ਉਹਦੇ 'ਚ ਸੜਿਆਂਤ ਪੈਦਾ ਹੋ ਜਾਏ। ਵੀ ਅੰਦੋਲਨ 'ਚ ਵੀ ਖੜੋਤ ਆਊਗੀ। ਖੜੋਤ ਆਉਣ ਦੇ ਨਾਲ ਹੌਲੀ ਹੌਲੀ ਅੰਦੋਲਨ ਆਪਦੇ ਆਪ ਹੀ ਅੰਦਰੋਂ ਮਰਨਾ ਸ਼ੁਰੂ ਹੋ ਜਾਊਗਾ, ਅੰਦਰੋਂ ਖੁਰਨਾ ਤੇ ਮਰਨਾ ਸ਼ੁਰੂ ਹੋ ਜਾਂਦਾ। ਵੀ ਇਹ ਆਪਦੇ ਆਪ ਹੀ ਨਾ ਖੁਰ ਮਰ ਜਾਵੇ, ਆਪਾਂ ਨੂੰ
ਲੀਡਰਸ਼ਿਪ ਨੂੰ ਇਹਨੂੰ ਗਾਹਾਂ ਐਡਵਾਂਸ ਕਰਨਾ ਚਾਹੀਦਾ ਬਿਲਕੁਲ ਤਾਂ ਕਿ ਇਹਦੇ 'ਚ ਗਤੀਸ਼ੀਲਤਾ ਰਹੇ, ਇਹਦੇ ਵਿੱਚ ਤਾਜ਼ਗੀ ਰਹੇ ਤੇ ਲਾਮਬੰਦੀ ਲੋਕਾਂ 'ਚ ਜੋਸ਼ ਉਤਸ਼ਾਹ ਬਣਿਆ ਰਹੇ। ਵੱਡੀ ਗੱਲ ਹੈ। ਉਹ ਪਾਰਲੀਮੈਂਟ ਵਾਲਾ ਅਸੀਂ ਰੱਖਿਆ ਸੀਗਾ ਵੀ ਸਾਨੂੰ ਹਰ ਵੱਡੇ ਪੱਧਰ ਤੇ ਲਾਮਬੰਦੀ ਕਰਕੇ ਉੱਥੇ ਪਾਰਲੀਮੈਂਟ ਦੇ ਮੂਹਰੇ ਡੇਰੇ ਲਾਉਣੇ ਚਾਹੀਦੇ ਨੇ, ਪਰ ਉਹ ਸਾਡਾ ਉਵੇਂ ਨਹੀਂ ਪਾਸ ਹੋਇਆ। ਉਹਦੇ 'ਚ ਉਹ ਸ਼ਾਂਤਰਾਸ਼ ਹੋ ਗਈ ਵੀ 200 ਬੰਦੇ ਜਾਊਗਾ ਜਾਂ ਉਹ ਸ਼ਾਮ ਨੂੰ ਵਾਪਸ ਆਊਗਾ। ਚਲੋ ਉਹਦੀ ਕਹਿਣ ਦਾ ਭਾਵ ਇੱਕ ਵਾਰੀ ਉਹ ਸੱਦਾ ਤਾਂ ਲਾਗੂ ਕਰਨਾ ਪਿਆ, ਪਰ ਉਹ ਉਹਦੀ ਕੁਛ ਇੰਨਾ ਐਵੇਂ ਤਾਂ ਰਹੀ ਨਹੀਂ। ਉਹ ਸੱਦਾ ਤਾਂ ਬਣ ਗਿਆ, ਇੱਕ ਪ੍ਰਚਾਰ ਵੀ ਹੋਇਆ ਉਹਦਾ, ਪਰ ਜਿਵੇਂ ਅਸੀਂ ਉਹ ਸੋਚਦੇ ਸੀ ਤੁਸੀਂ ਚਾਹੁੰਦੇ ਸੀ ਉਸ ਤਰੀਕੇ ਨਾਲ ਸਰਕਾਰ ਦੇ ਲਈ ਇੱਕ ਉਹ ਬੜੇ ਪ੍ਰੈਸ਼ਰ ਬਣੇ ਉਹ ਤੇ ਸਰਕਾਰ ਪ੍ਰੈਸ਼ਰ ਤਹਿਤ ਕਰੇ ਉਹਨੂੰ ਜੀ ਮੰਨਣ ਲਈ ਮਜਬੂਰ ਹੋਵੇ, ਉਹੀ ਜਾਣੇ ਬਣੇ। ਹੁਣ ਅਸੀਂ ਫਿਰ ਕੀਤਾ ਸੀ ਵੀ ਹੁਣ ਤਾਂ ਸਾਲ ਹੋ ਗਿਆ, ਹੁਣ ਫਿਰ ਦੁਬਾਰੇ ਫੇਰ ਸੈਸ਼ਨ ਆ ਰਿਹਾ ਜੀ। ਬਿਲਕੁਲ ਸਾਡੇ ਬੈਠਿਆਂ ਤੋਂ, ਇਹ ਤਾਂ ਸਾਡੀ ਗੈਰ ਹਾਜ਼ਰੀ 'ਚ ਕਾਨੂੰਨ ਪਾਸ ਕੀਤੇ ਸੀ, ਹੁਣ ਸਾਡੇ ਬੈਠਿਆਂ ਤੋਂ ਉਹ ਕਾਨੂੰਨ ਪਾਸ ਕਰਨਗੇ ਜੀ। ਵੀ ਹੁਣ ਨਹੀਂ ਸਾਨੂੰ ਮੌਕਾ ਲੰਘਾਉਣਾ ਚਾਹੀਦਾ। ਇਸ ਤੋਂ ਬਾਅਦ ਹੁਣ ਸਮਝ ਲਓ ਵੀ ਜੇ ਆਹ ਮੌਕਾ ਵੀ ਖੰਝਾਤਾ ਤੇ ਫਿਰ ਮੁੜ ਮੌਕਾ ਨਹੀਂ ਮਿਲੂਗਾ। ਅਸੀਂ ਫਿਰ ਆਹ ਜ਼ੋਰ ਦਿੱਤਾ ਤਾਂ ਆਹ ਸਮਝ ਲਓ ਵੀ ਇਹ ਪਾਸ ਹੋਇਆ ਵੀ ਅਸੀਂ ਟਰੈਕਟਰ ਟਰਾਲੀਆਂ ਤੇ ਅੰਦਰ ਜਾਵਾਂਗੇ। 500 ਬੰਦਾ ਜਿਹੜਾ ਟਰੈਕਟਰ ਟਰਾਲੀਆਂ ਤੇ ਆਪਣਾ ਪੂਰਾ ਸਾਜੋ ਸਮਾਨ ਨਾਲ ਲੈ ਕੇ, ਆਪਦਾ ਲੀੜਾ ਕੱਪੜਾ, ਆਪਦਾ ਸਾਰਾ ਖਾਣ ਪੀਣ ਦਾ ਸਮਾਨ ਲੈ ਕੇ ਜਾਇਆ ਕਰੂਗਾ, ਮੁੜ ਕੇ ਨਹੀਂ ਆਊਗਾ। ਜਿੱਥੇ ਉਹਨਾਂ ਨੇ ਰੋਕਤਾ ਸੜਕ ਤੇ ਉੱਥੇ ਬਹਿ ਜਾਊਗਾ, ਇੱਕ ਵਾਰੀ ਦਿੱਲੀ 'ਚ ਐਂਟਰ ਕਰਾਂਗੇ, ਠੀਕ ਹੈ। ਉਵੇਂ ਰੋਜ਼ 500 ਜਾਇਆ ਕਰੂਗਾ। ਇਹ ਅਸੀਂ ਪਾਸ ਕਰਵਾਇਆ ਸੀ, 29 ਤੋਂ ਸ਼ੁਰੂ ਕਰਨਾ ਸੀ, ਠੀਕ ਆ। ਪਰ ਹੁਣ 29 ਦੇ ਆਹ ਇਹਨਾਂ ਦਾ ਤਿੰਨੇ ਕਾਨੂੰਨ ਮੰਨਣ ਵਾਲੀ ਗੱਲ ਦੇ ਨਾਲ ਇੱਕ ਵਾਰੀ ਨਵੀਂ ਸਿਚੁਏਸ਼ਨ ਪੈਦਾ ਹੋ ਗਈ ਵੀ ਉੱਥੇ ਹੁਣ ਅਗਲਾ ਸਟੈਪ ਕੀ ਲਿਆ ਜਾਏ, ਅਗਲਾ ਸਟੈਪ ਕੀ ਲਿਆ ਜਾਏ ਵੀ ਕੀ ਇਹ ਆਪਾਂ ਇਹਨੂੰ ਕਿਤੇ ਇਹ ਤਾਂ ਨਹੀਂ ਹੋਊਗਾ ਵੀ ਆਪਾਂ ਜੋ ਪ੍ਰਾਪਤੀ ਹੋਈ ਹੈ ਵੀ ਜੇ ਆਪਾਂ ਜਾ ਕੇ ਫਿਰ ਉਹ ਉਧਰ ਭਿੜਦੇ ਆ ਹਾਂ ਵੀ ਹਜੇ ਉਹਦੇ 'ਚ ਵੀ ਖੜੋਤਾ ਜੇ ਇਸ ਕਰਕੇ ਹੈਗਾ ਵੀ 29 ਨੂੰ ਹੁਣ ਦੁਬਾਰੇ ਕੱਲ ਨੂੰ ਮੀਟਿੰਗ ਹੋ ਕੇ ਵੀ 29 ਵਾਲਾ ਸਾਡੇ ਹਿਸਾਬ ਨਾਲ ਹੈਗਾ ਵੀ ਇਹਨੂੰ ਐਨੇ ਵੀ 29 ਵਾਲਾ ਰੱਦ ਹੋ ਜਾਊਗਾ। ਇਹਨੂੰ 2-4 ਦਿਨ ਲਈ ਉਹਨਾਂ ਦਾ ਵੇਖਣ ਦੀ ਖਾਤਰ ਉਹ ਕੀ ਕਰਦੇ ਨੇ, 2-3 ਦਿਨ ਲਈ ਸਿਰਫ ਇਹਨੂੰ ਪਿੱਛੇ ਪਾਇਆ ਜਾ ਸਕਦਾ, ਇਹਦੇ ਖਾਤਰ ਕੱਲ ਨੂੰ ਮੀਟਿੰਗ ਹੋਊਗੀ, ਠੀਕ ਹੈ ਜੀ। ਬਾਕੀ ਜਿਹੜੀਆਂ ਵੀ ਉਹ ਜੇ 29 ਤੱਕ ਵੀ ਸਰਕਾਰ ਨੇ ਬਾਕੀ ਮੰਗਾਂ ਬਾਰੇ ਕੋਈ ਆਪਣਾ ਹੰਗਾਰਾ ਨਾ ਦਿੱਤਾ ਜਾਂ ਕੋਈ ਗੱਲਬਾਤ ਰਾਹੀਂ ਉਹਨੂੰ ਨਿਬੇੜਨ ਦਾ ਨਾ ਕੋਈ ਉਹਨਾਂ ਨੇ ਕੀਤਾ, ਫਿਰ ਉਹਨਾਂ ਮੰਗਾਂ ਬਾਰੇ ਵੀ ਹੋਊਗਾ ਵੀ ਕੋਈ ਉਹ ਮੰਗਾਂ ਨੂੰ ਮਨਾਉਣ ਦੀ ਖਾਤਰ ਕੀ ਫਿਰ ਰਣਨੀਤੀ ਅਪਣਾਈ ਜਾਵੇ, ਘੋਲ ਦੇ ਫਾਰਮ ਕੋਈ ਨਵੀਂ ਕੀ ਫਾਰਮ ਦਿੱਤੀ ਜਾਵੇ ਜੀ। ਇਹਨੂੰ ਆਪਾਂ ਸਾਂਭ ਲਿਆ, ਇਹਨੂੰ ਜੇ ਆਪਾਂ ਝੋਲੇ 'ਚ ਪਾ ਲਿਆ, ਬਾਕੀ ਮੰਗਾਂ ਦੀ ਖਾਤਰ ਕੀ ਉਹ ਇਹ ਸਾਰਾ ਕੁਝ ਕੱਲ੍ਹ ਵਾਲੀ ਮੀਟਿੰਗ 'ਚ ਤੈਅ ਹੋਊਗਾ। ਹਾਂਜੀ ਅਸੀਂ ਅੱਜ ਸਰਜੀਤ ਸਿੰਘ ਫੂਲ ਜੀ ਹੁਣਾਂ ਨਾਲ ਗੱਲ ਕੀਤੀ ਹੈ। ਸਾਰੀਆਂ ਗੱਲਾਂ ਬਾਤਾਂ ਬੜੀਆਂ ਖੁੱਲ੍ਹ ਕੇ ਉਹਨਾਂ ਨੇ ਵਿਚਾਰਾਂ ਦਿੱਤੀਆਂ ਨੇ ਤੇ ਬੜੀ ਖੁੱਲ੍ਹ ਕੇ ਗੱਲ ਕੀਤੀ ਆ। ਉਹਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਜਿਹੜੀ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਹੋਏ ਨੇ ਉਹ ਰੱਦ ਨਹੀਂ ਹੁੰਦੇ ਤੇ ਕੁਝ ਹੋਰ ਉਹਨਾਂ ਦੀਆਂ ਮੰਗਾਂ ਨੇ ਬਿਜਲੀ ਨੂੰ ਲੈ ਕੇ ਜਿਹੜੀਆਂ ਸਾਡੀਆਂ ਮੰਗਾਂ ਸੀਗਾ ਸਾਰੀਆਂ, ਜਿੰਨਾ ਚਿਰ ਉਹ ਸਾਰੀਆਂ ਗੱਲਾਂ ਤੈਅ ਨਹੀਂ ਹੁੰਦੀਆਂ ਸਰਕਾਰ ਦੇ ਨਾਲ, ਤਾਂ ਇਹ ਜੇ ਉਹ ਸਾਡੇ ਨਾਲ ਗੱਲਬਾਤ ਵੀ ਕਰਦੇ ਨੇ ਜਾਂ ਇਹ ਤੈਅ ਕਰਦੇ ਨੇ ਜਾਂ ਸਾਨੂੰ ਕੋਈ ਸਾਡੇ ਨਾਲ ਇਸ ਗੱਲ ਦੀ ਪੱਕੀ ਗੱਲ ਕਰਦੇ ਨੇ ਤਾਂ ਉਸ ਗੱਲ ਲਈ ਵੀ ਸੰਘਰਸ਼ ਨੂੰ ਕੁਝ ਦਿਨ ਲਈ ਮੁਲਤਵੀ ਕੀਤਾ ਜਾ ਸਕਦਾ ਹੈ। ਸੰਘਰਸ਼ ਖਤਮ ਨਹੀਂ ਮੰਨਿਆ ਜਾਊਗਾ। ਜੇ ਉਹ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਤਾਂ ਫਿਰ ਇੱਥੋਂ ਨਗਾਰੇ ਦੀ ਚੋਟ ਦੇ ਉੱਤੇ ਹੱਸਦੇ ਵਸਦੇ ਜਿੱਤ ਨੂੰ ਲੈ ਕੇ ਘਰ ਨੂੰ ਜਾਇਆ ਜਾਏਗਾ। ਇਹ ਇਹਨਾਂ ਦਾ ਕਹਿਣਾ ਆ। ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਫੂਲ ਸਾਹਿਬ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਹੈ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੁਹਾਡਾ ਵੀ ਧੰਨਵਾਦ ਜੀ। ਤੁਹਾਡੇ ਚੈਨਲ ਦਾ ਧੰਨਵਾਦ ਜਿਹਦੇ ਮਾਧਿਅਮ ਰਾਹੀਂ ਸਾਡੀ ਗੱਲ ਖਾਸ ਕਰਕੇ ਜਿਹੜਾ ਦੇਸ਼ ਦੁਨੀਆ ਦਾ ਸਿੱਖ ਭਾਈਚਾਰਾ ਹੈਗਾ ਉਹਦੇ ਵਿੱਚ ਵੀ ਕਿਉਂਕਿ ਹੋਰ ਵੀ ਚੈਨਲ ਹੈਗੇ ਨੇ, ਆਹ ਨੈਸ਼ਨਲ ਚੈਨਲ ਹੈਗੇ ਨੇ ਜਿਹਨੂੰ ਗੋਦੀ ਮੀਡੀਆ ਕਹਿ ਦਿੰਦੇ ਆ, ਉਹ ਸਾਡਾ ਨਹੀਂ ਉਵੇਂ ਪੱਖ ਲਿਜਾ ਰਿਹਾ ਜਾਂ ਲਿਜਾ ਵੀ ਰਿਹਾ ਤਾਂ ਵਿਗਾੜ ਕੇ। ਤੁਹਾਡੇ ਚੈਨਲ ਰਾਹੀਂ ਸਾਡਾ ਜਿਹੜਾ ਹੂਬਹੂ ਪੱਖ ਗਿਆ ਜਾਂ ਜਾਊਗਾ, ਇਹਦਾ ਵੀ ਇਸ ਪੱਖੋਂ ਅਸੀਂ ਵੀ ਤੁਹਾਡੇ ਧੰਨਵਾਦ ਕਰਦੇ ਜੀ। ਇਹ ਜਿਹੜਾ ਚੈਨਲ ਹੈ ਇਹ ਹੈ ਗੁਰਬਾਣੀ ਅਖੰਡ ਬਾਣੀ ਚੈਨਲ। ਜੋ ਤੁਸੀਂ ਬੋਲ ਦਿੱਤਾ ਇਹ ਐਵੇਂ ਹੀ ਜਾਊਗਾ, ਇਹ 'ਚ ਕੋਈ ਕੱਟ ਵੱਟ ਨਹੀਂ ਹੋ ਸਕਦੀ ਜੀ। ਠੀਕ ਹੈ, ਹਾਂਜੀ ਹਾਂਜੀ, ਠੀਕ ਹੈ ਜੀ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।